एडिशन की रिलीजिंग के ऊपर ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ। ਮੋਡਰੇਟਰ ਸਬਨ ਚੰਦਾ ਜੀ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਇਸ ਕਰਕੇ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਥੋੜਾ ਜਿਹਾ ਲੇਟ ਚੱਲ ਰਹੀ ਹਾਂ ਔਰ ਤੁਸੀਂ ਬੜੇ ਪੇਸ਼ੈਂਸ ਦੇ ਨਾਲ ਇੱਥੇ ਇੰਤਜ਼ਾਰ ਕਰ ਰਹੇ ਹੋ। ਦੋਸਤੋ ਇੱਕ ਖਾਸ ਮੌਕਾ ਹੈ ਕਿ ਸਾਨੂੰ ਅਕਸਰ ਕਈ ਵਾਰੀ ਰੂਟੀਨ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕੁਝ ਚੀਜ਼ਾਂ ਇਹੋ ਜਿਹੀਆਂ ਵਾਪਰ ਰਹੀਆਂ ਹੁੰਦੀਆਂ ਸਾਡੇ ਆਲੇ ਦੁਆਲੇ ਜਿਨ੍ਹਾਂ ਦੀ ਲੰਬੇ ਸਮੇਂ ਵਿੱਚ ਇੱਕ ਬਹੁਤ ਵੱਡੀ ਸਿਗਨੀਫੀਕੈਂਸ ਹੁੰਦੀ ਹੈ। 5 ਸਾਲ ਤੋਂ ਬਾਲੀਵੁੱਡ ਡਾਇਰੈਕਟਰੀ ਨਿਕਲ ਰਹੀ ਹੈ। ਆਮ ਲੋਕਾਂ ਦੇ ਲਈ ਇਹ ਜਸਟ ਇੱਕ ਟੈਲੀਫੋਨ ਨੰਬਰ ਨਹੀਂ, ਹਾਲਾਂਕਿ ਇਹ ਹੁਣ ਬਿਲਕੁਲ ਉਹੋ ਜਿਹੀ ਕੋਈ ਚੀਜ਼ ਨਹੀਂ ਰਹੀ ਕਿ ਅਸੀਂ ਇਸ ਨੂੰ ਡਾਇਰੈਕਟਰੀ ਕਹੀਏ। ਇੱਕ ਨਾਮ ਚੱਲਿਆ ਆ ਰਿਹਾ ਤੇ ਡਾਇਰੈਕਟਰੀ ਦੇ ਤੌਰ ਤੇ ਇਸਤੇਮਾਲ ਹੋ ਰਿਹਾ ਹੈ। ਜੇ ਤੁਸੀਂ ਇਹ 5ਵਾਂ ਐਡੀਸ਼ਨ ਦੇਖੋਗੇ, ਥੋੜੀ ਦੇਰ ਨੂੰ ਰਿਲੀਜ਼ ਹੋਏਗਾ, ਤਾਂ ਤੁਸੀਂ ਮਹਿਸੂਸ ਕਰੋਗੇ ਕਿ ਹੁਣ ਇਹ ਇੱਕ ਪੰਜਾਬੀ ਫਿਲਮ ਇੰਡਸਟਰੀ ਦਾ ਐਡਾ ਇੰਪੋਰਟੈਂਟ ਡਾਕੂਮੈਂਟ ਬਣ ਚੁੱਕਿਆ ਹੈ ਕਿ ਜਿਸ ਨੂੰ ਸੰਭਾਲਿਆ ਜਾਣਾ ਬਣਦਾ ਹੈ। ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਉੱਪਰ ਰਿਸਰਚ ਹੋਏਗੀ ਤਾਂ ਇਹ ਡਾਕੂਮੈਂਟ ਬਹੁਤ ਕੰਮ ਦਾ ਹੋਏਗਾ। ਜੇ ਤੁਸੀਂ ਪਿਛਲੇ ਡਾਕੂਮੈਂਟ ਜਿਹੜੇ ਅਗਰ ਇੱਕ ਸੀਰੀਜ਼ ਦੇ ਵਿੱਚ ਸਟੱਡੀ ਕਰੋ ਤਾਂ ਤੁਹਾਨੂੰ ਪੰਜਾਬੀ ਪੂਰੀ ਇੰਡਸਟਰੀ ਦੀ ਗਰੋਥ ਨਜ਼ਰ ਆਏਗੀ ਕਿ ਇੰਡਸਟਰੀ ਕਿੱਥੋਂ ਚੱਲ ਕੇ ਕਿਹੜੇ ਲੋਕਾਂ ਦੇ ਰਾਹੀਂ ਕਿੱਥੇ ਪਹੁੰਚ ਰਹੀ ਹੈ, ਕਿਹੜੇ ਲੋਕ ਇਹਦੇ ਵਿੱਚੋਂ ਛੱਡ ਕੇ ਚਲੇ ਗਏ, ਕਿਹੜੇ ਲੋਕਾਂ ਨੇ ਗਰੋ ਕੀਤਾ। ਇਹ ਇੰਡਸਟਰੀ ਨਵੇਂ ਪੁਰਾਣੇ ਕਈ ਤਰੀਕੇ ਦੇ ਲੋਕਾਂ ਦੇ ਵਿਚਕਾਰ ਪੁਲ ਦੇ ਤੌਰ ਤੇ ਕੰਮ ਕਰ ਰਹੀ ਹੈ। ਔਰ ਮੈਂ ਇਸ ਤੌਰ ਤੇ ਵੀ ਭਾਵ ਤੌਰ ਤੇ ਇਸ ਡਾਇਰੈਕਟਰੀ ਨਾਲ ਜੁੜਿਆ ਹੋਇਆ ਕਿਉਂਕਿ ਮੈਂ ਇਸ ਸਾਰੇ ਸਫ਼ਰ ਨੂੰ ਜਾਤੀ ਤੌਰ ਤੇ ਦੇਖਿਆ। ਅੱਜ ਤੋਂ 5 ਸਾਲ ਪਹਿਲਾਂ ਜਦੋਂ ਇਹਦਾ ਪਹਿਲਾ ਐਡੀਸ਼ਨ ਨਿਕਲਿਆ ਸੀ, ਸਾਨੂੰ ਲੱਗਦਾ ਨਹੀਂ ਸੀ, ਅਸੀਂ ਉਸ ਵੇਲੇ ਸਪਨ ਦੇ ਜਿਹੜੇ ਫਾਊਂਡਰ ਐਡੀਟਰ ਨੇ ਇਹਦੇ ਦੋਸਤਾਂ ਦੇ ਤੌਰ ਤੇ ਨਾਲ ਹੈਲਪ ਕਰ ਰਹੇ ਸੀ, ਮੈਂ ਬਲਜਿੰਦਰ ਉੱਪਰ ਤੇ ਕੁਝ ਹੋਰ ਲੋਕ, ਸਾਨੂੰ ਲੱਗਦਾ ਨਹੀਂ ਸੀ ਕਿ ਇਹ ਸਫ਼ਰ ਇੰਨਾ ਲੰਬਾ ਹੋ ਪਾਏਗਾ ਕਿਉਂਕਿ ਬਹੁਤ ਔਖਾ ਕੰਮ ਸੀ। ਲਗਾਤਾਰ ਦੂਜਿਆਂ ਉੱਪਰ ਡਿਪੈਂਡ ਰਹਿਣਾ, ਐਡਵਰਟਾਈਜ਼ਮੈਂਟ ਦੇ ਉੱਪਰ ਡਿਪੈਂਡ ਰਹਿਣਾ, ਸਰਕਾਰ ਤੋਂ ਕੋਈ ਸਪੋਰਟ ਲਏ ਬਿਨਾਂ ਇਹੋ ਜਿਹਾ ਕੰਮ ਸੋਚਣਾ। ਅਸੀਂ ਸੋਚਦੇ ਨਹੀਂ ਸੀ ਕਿ 5ਵੇਂ ਸੰਸਕਰਣ ਤੱਕ ਜਾਵਾਂਗੇ ਔਰ 5ਵਾਂ ਐਡੀਸ਼ਨ ਇੰਨਾ ਜ਼ਬਰਦਸਤ ਹੋਏਗਾ। ਤੁਸੀਂ ਇਹਦੀ ਥੋੜੀ ਦੇਰ ਨੂੰ ਇਹਦੀ ਪ੍ਰਿੰਟਿੰਗ ਉਹਦਾ ਡਿਜ਼ਾਈਨਿੰਗ ਇੱਕ ਚੀਜ਼ ਦੇਖੋਗੇ ਤਾਂ ਇਹ ਇੱਕ ਕ੍ਰਿਸ਼ਮਾ ਵਾਪਰਿਆ। ਜੋ ਇਹਦੇ ਅੜਚਨਾਂ ਆਈਆਂ, ਮੁਸ਼ਕਲਾਂ ਆਈਆਂ ਬਹੁਤ ਜ਼ਿਆਦਾ ਸੀ। ਇਸ ਵਾਰ ਤਾਂ ਕਰੋਨਾ ਕਰਕੇ ਸਾਨੂੰ ਲੱਗਦਾ ਹੀ ਨਹੀਂ ਸੀ ਕਿ ਇਹ ਰਿਲੀਜ਼ ਹੋ ਪਾਏਗਾ ਜਾਂ ਇਹ ਛਪ ਵੀ ਪਾਏਗਾ। ਲੇਕਿਨ ਮੈਂ ਵਧਾਈ ਦੇਣਾ ਚਾਹਾਂਗਾ ਸਬਨ ਮਨਚੰਦਾ ਨੂੰ ਜਿਹੜੇ ਕਿ ਇਹਦੇ ਫਾਊਂਡਰ ਐਡੀਟਰ ਨੇ ਕਿ ਉਹਨਾਂ ਨੇ ਮਤਲਬ ਕਿ ਇਸ ਨੂੰ ਇਸ ਵਾਰ ਜਿਵੇਂ ਪੂਰਾ ਕੀਤਾ ਉਹ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਸੋ ਤੁਹਾਡਾ ਸਾਰਿਆਂ ਦਾ ਇੱਥੇ ਸਵਾਗਤ ਹੈ। ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਇਹ 5ਵਾਂ ਐਡੀਸ਼ਨ ਰਿਲੀਜ਼ ਹੋਣ ਜਾ ਰਿਹਾ। ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਹੀ ਪਿਆਰੀਆਂ ਸ਼ਖਸੀਅਤਾਂ ਸਾਡੇ ਕੋਲ ਮੌਜੂਦ ਨੇ ਜਿਨ੍ਹਾਂ ਦੇ ਹੱਥਾਂ ਵਿੱਚੋਂ ਇਹ 5ਵਾਂ ਐਡੀਸ਼ਨ ਰਿਲੀਜ਼ ਹੋਣ ਜਾ ਰਿਹਾ। ਸਾਡੇ ਕੋਲ ਬਹੁਤ ਹੀ ਸੋਬਰ ਸ਼ਖਸੀਅਤ, ਅਸੀਂ ਜਿਨ੍ਹਾਂ ਨੂੰ ਬੜੇ ਮਾਣਯੋਗ ਸਤਿਕਾਰਯੋਗ ਸ਼ਖਸੀਅਤ ਕਹਿੰਦੇ ਆ ਪੰਜਾਬੀ ਇੰਡਸਟਰੀ ਦੀ, ਹਰਭਜਨ ਮਾਨ ਜੀ ਸਾਡੇ ਕੋਲ ਮੌਜੂਦ ਨੇ। ਤੁਸੀਂ ਮੈਂ ਤਾਂ ਉਹਨਾਂ ਨੂੰ ਕੁਝ ਕਿਸੇ ਦੀ ਇੰਟਰੋਡਕਸ਼ਨ ਨਹੀਂ ਕਰਾ ਰਿਹਾ, ਬਸ ਅਸੀਂ ਸਾਡੀਆਂ ਭਾਵਨਾਵਾਂ ਇਹ ਨੇ ਕਿ ਦੋ ਲਾਈਨਾਂ ਕਿ ਅਗਰ ਕੋਈ ਸੋਬਰ ਪਰਸਨੈਲਿਟੀ ਜਿਸ ਨੂੰ ਕਿਹਾ ਜਾਵੇ ਕਿ ਦਿਲੋਂ ਇੱਜ਼ਤ ਕਰਨ ਨੂੰ ਜਿਹਨਾਂ ਦਾ ਦਿਲ ਕਰਦਾ, ਹਰਭਜਨ ਮਾਨ ਜੀ ਹਮੇਸ਼ਾ ਬਿਨਾਂ ਕਿਸੇ ਕੰਟਰੋਵਰਸੀ ਦੇ ਕਿੰਨੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਉੱਪਰ ਰਾਜ ਕਰ ਰਹੇ ਨੇ। ਔਰ ਤੁਸੀਂ ਇਹਨਾਂ ਨੂੰ ਫਿਜ਼ੀਕਲੀ ਦੇਖ ਕੇ ਸਮਝ ਸਕਦੇ ਹੋ ਕਿ ਹਾਲੇ ਲੰਬਾ ਇਹਨਾਂ ਨੇ ਲੰਬੀ ਖੇਡਣੀ ਹੈ। ਸਾਡੇ ਕੋਲੇ ਗੁਰਪ੍ਰੀਤ ਘੁੱਗੀ ਜੀ ਪਹੁੰਚਣ ਵਾਲੇ ਨੇ, ਬੜੇ ਜਹੀਨ ਕਿਸਮ ਦੇ ਐਕਟਰ ਨੇ, ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ। ਉਹ ਲਾਈਟਾਂ ਤੇ ਫਸ ਗਏ ਨੇ ਕਿਤੇ, ਮੈਨੂੰ ਡਰ ਹੁੰਦਾ ਚਲਾਨ ਨਾ ਹੋ ਗਿਆ ਹੋਵੇ, ਆ ਰਹੇ ਹੋਣਗੇ। ਔਰ ਸਾਡੇ ਕੋਲੇ ਬੜੇ ਜੋਸ਼ੀਲਾ ਸਾਡਾ ਗਾਇਕ, ਬੜਾ ਪਿਆਰਾ ਪਾਪੂਲਰ ਔਰ ਜੋਸ਼ੀਲਾ ਗਾਇਕ, ਜੋਸ਼ੀਲਾ ਮੈਂ ਕਿਉਂ ਕਹਿ ਰਿਹਾ ਤੁਸੀਂ ਜਾਣਦੇ ਹੋ, ਰਣਜੀਤ ਬਾਵਾ, ਜਿਸਨੇ ਪੰਜਾਬ ਦੇ ਲੋਕਾਂ ਅੰਦਰ ਖਾਸ ਤੌਰ ਤੇ ਯੂਥ ਦੇ ਉੱਪਰ ਟੈਲੈਂਟ ਸਿਨੈਰੀਓ ਦੇ ਵਿੱਚ ਬੜਾ ਜਾਨ ਫੂਕ ਕੇ ਰੱਖੀ ਹੋਈ ਹੈ। ਅੱਜ ਇਹ 3 ਸ਼ਖਸੀਅਤਾਂ ਇਸ ਨੂੰ ਰਿਲੀਜ਼ ਕਰਨਗੀਆਂ। ਛੋਟਾ ਜਿਹਾ ਸੀਕੁਐਂਸ ਹੈ ਸਾਡਾ, ਬਹੁਤ ਕੋਈ ਵੱਡਾ ਸੀਕੁਐਂਸ ਨਹੀਂ ਹੈ। ਸਭ ਤੋਂ ਪਹਿਲਾਂ ਮੈਂ ਸਬਨ ਮਨਚੰਦਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਐਡੀਸ਼ਨ ਦੇ ਬਾਰੇ ਕੁਝ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਔਰ ਫਿਰ ਅਸੀਂ ਇਸ ਦੀ ਰਿਲੀਜ਼ਿੰਗ ਕਰਾਂਗੇ। ਔਰ ਇਸ ਤੋਂ ਤੁਰੰਤ ਬਾਅਦ ਅਸੀਂ ਜਿਹੜੇ ਸਾਡੇ ਅੱਜ ਦੇ 3 ਵਿਸ਼ੇਸ਼ ਗੈਸਟ ਨੇ, ਚੀਫ ਗੈਸਟ ਨੇ, ਉਹਨਾਂ ਕੋਲੋਂ ਮੈਸੇਜ ਲਵਾਂਗੇ। ਸਭ ਤੋਂ ਪਹਿਲਾਂ ਸਬਨ ਮਨਚੰਦਾ, ਫਾਊਂਡਰ ਐਡੀਟਰ ਬਾਲੀਵੁੱਡ ਡਾਇਰੈਕਟਰੀ। ਔਰ ਤੁਸੀਂ ਸੋਚ ਨਹੀਂ ਸਕਦੇ ਕਿ ਇਸ 5 ਸਾਲ ਦੇ ਵਿੱਚ ਇਸ ਸ਼ਖਸ ਨੇ ਇਕੱਲੇ ਨੇ ਐਡਾ ਵੱਡਾ ਕਾਜ ਸਿਰੇ ਚਾੜਿਆ। ਤੁਹਾਡੀ ਸਾਹਮਣੇ ਪੇਸ਼ ਕਰ ਰਹੇ ਹਾਂ ਸਬਨ ਮਨਚੰਦਾ, ਫਾਊਂਡਰ ਐਡੀਟਰ। ਸਭ ਤੋਂ ਪਹਿਲਾਂ ਤਾਂ ਦੇਰੀ ਲਈ ਮਾਫੀ, ਉਹਦੇ ਦੀ ਮੈਂ ਖੁਦ ਹੀ ਜ਼ਿੰਮੇਵਾਰ ਹਾਂ। ਤੇ ਨਾਲ ਹੀ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਖਾਸ ਤੌਰ ਤੇ ਹਰਭਜਨ ਭਾਜੀ ਜਿਹੜੇ ਹਮੇਸ਼ਾ ਹੀ ਨਾਲ ਖੜ੍ਹਦੇ ਨੇ, ਚੰਗੇ ਕੰਮ ਦੀ ਸ਼ਲਾਘਾ ਕਰਦੇ ਨੇ, ਐਪਰੀਸ਼ੀਏਟ ਕਰਦੇ ਨੇ। ਰਣਜੀਤ ਬਾਵਾ ਭਾਜੀ ਜਿਹੜੇ ਹਮੇਸ਼ਾ ਹੀ ਇਹ ਵੀ ਹਮੇਸ਼ਾ ਨਾਲ ਖੜ੍ਹਦੇ ਨੇ, ਚੰਗੇ ਕੰਮ ਦੀ ਸ਼ਲਾਘਾ ਕਰਦੇ ਨੇ। ਕੋਈ ਵੀ ਕੰਮ ਹੋਵੇ, ਚਾਹੇ ਇਹਨਾਂ ਨੂੰ ਕੋਈ ਜਾਣਦਾ ਹੋਵੇ ਨਾ ਜਾਣਦਾ ਹੋਵੇ, ਜਦੋਂ ਵੀ ਕੋਈ ਚੀਜ਼ ਇਹਨਾਂ ਦੇ ਚੰਗੇ ਕੰਮ ਇਹਨਾਂ ਦੇ ਨਜ਼ਰ ਪੈਂਦਾ
ਇਹ ਆਪ ਜਾ ਕੇ ਉਹਦੀ ਐਪਰੀਸ਼ੀਏਸ਼ਨ ਕਰਦੇ ਨੇ। ਤੇ ਇਕਬਾਲ ਚੀਮਾ ਭਾਜੀ ਪੰਜਾਬ ਦੇ ਵਿੱਚ ਪਹਿਲੀ ਫਿਲਮ ਸਿਟੀ ਬਣਨ ਜਾ ਰਹੀ ਆ, ਉਹ ਇਹ ਲੈ ਕੇ ਆ ਰਹੇ ਨੇ ਇਕਬਾਲ ਚੀਮਾ ਭਾਜੀ। ਜਲਦੀ ਹੀ ਤੁਹਾਨੂੰ ਉਹਦੇ ਦਰਸ਼ਨ ਵੀ ਕਰਾਵਾਂਗੇ। ਪਾਲੀ ਭੁਪਿੰਦਰ ਭਾਜੀ ਮੰਚ ਸੰਚਾਲਕ ਰਹੇ, ਭਾਜੀ ਦਾ ਕੰਮ ਨਹੀਂ ਭਾਜੀ ਨੂੰ ਲਾਇਆ, ਕਿਉਂਕਿ ਭਾਜੀ ਆਪ ਬਹੁਤ ਵੱਡੇ ਫਿਲਮ ਡਾਇਰੈਕਟਰ ਨੇ, ਰਾਈਟਰ ਨੇ, ਔਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਨੇ। ਸੋ ਸਾਰਿਆਂ ਦਾ ਧੰਨਵਾਦ। ਡਾਇਰੈਕਟਰੀ ਦੀ ਮੈਂ ਸ਼ੁਰੂਆਤ ਤੋਂ, ਕਿਉਂਕਿ ਇੱਥੇ ਬਹੁਤ ਸਾਰੇ ਚਿਹਰੇ ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰੀ ਸ਼ਿਰਕਤ ਕਰ ਰਹੇ ਨੇ, ਬਾਕੀਆਂ ਨੂੰ ਸ਼ਾਇਦ ਪਤਾ, ਕਿਉਂਕਿ ਮੈਂ ਵੀ ਇੱਥੋਂ ਨਿਕਲ ਕੇ ਇੱਥੇ ਆਇਆ। ਸੋ ਡਾਇਰੈਕਟਰੀ ਦੀ ਸ਼ੁਰੂਆਤ ਬਾਰੇ ਦੱਸਦਾ। ਇਹਦਾ ਪਹਿਲਾ ਐਡੀਸ਼ਨ ਸਾਲ 2012 ਦੇ ਵਿੱਚ ਆਇਆ ਸੀ। ਉਦੋਂ ਅਜੇ ਇੰਡਸਟਰੀ ਬਣ ਰਹੀ ਸੀ, ਗਰੋ ਕਰ ਰਹੀ ਸੀ। ਤੇ ਉਹ ਕਿਵੇਂ ਦਿਮਾਗ 'ਚ ਡਾਇਰੈਕਟਰੀ ਆਈ, ਕਿਉਂ ਬਣਾਈ ਜਾਵੇ। ਐਕਚੁਅਲੀ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਗੋਆ ਦੇ ਵਿੱਚ ਹਰ ਸਾਲ ਗੋਆ ਫਿਲਮ ਫੈਸਟੀਵਲ ਹੁੰਦਾ, ਇੰਟਰਨੈਸ਼ਨਲ ਫਿਲਮ ਫੈਸਟੀਵਲ। ਇਹ ਮੈਂ ਹਰ ਵਾਰ ਉੱਥੇ ਜਾਂਦਾ। ਤੇ ਉਦੋਂ ਹਜੇ ਸ਼ਾਇਦ ਮੈਂ ਦੂਜੀ ਵਾਰ ਗਿਆ ਸੀ ਉਦੋਂ। ਤੇ ਉੱਥੇ ਕਿਸੇ ਦੋਸਤ ਨੇ ਪੁੱਛਿਆ ਵੀ ਯਾਰ XYZ ਕਿਸੇ ਆਰਟਿਸਟ ਦਾ ਨੰਬਰ ਚਾਹੀਦਾ। ਤੇ ਮੈਂ ਕਿਹਾ ਵੀ ਮੇਰੇ ਕੋਲ ਹੈ ਨਹੀਂ, ਮੈਂ ਕਿਤੋਂ ਲੈ ਕੇ ਦਿੰਦਾ। ਉੱਥੇ ਉਹਨੇ ਸਵਾਲ ਕੀਤਾ ਵੀ ਯਾਰ ਤੁਹਾਡੀ ਪੰਜਾਬੀ ਇੰਡਸਟਰੀ 'ਚ ਇੱਕ ਗੁਰਪ੍ਰੀਤ ਘੁੱਗੀ ਭਾਜੀ ਜਿਨ੍ਹਾਂ ਦਾ ਤੇ ਉਦੋਂ ਉਹਨਾਂ ਨੇ ਕਿਹਾ ਵੀ ਯਾਰ ਤੁਹਾਡੀ ਇੰਡਸਟਰੀ ਦੀ ਕੋਈ ਟੈਲੀਫੋਨ ਡਾਇਰੈਕਟਰੀ ਨਹੀਂ ਛਾਪਦੀ। ਤੇ ਉਦੋਂ ਸੱਚਮੁੱਚ ਕੋਈ ਛਾਪ ਵੀ ਨਹੀਂ ਰਹੀ ਸੀ ਇਹ ਵਾਲਾ। ਉੱਥੋਂ ਇਹ ਖਿਆਲ ਮਨ ਦੇ ਵਿੱਚ ਆ ਵੀ ਕੋਈ ਕਿਉਂ ਨਾ ਇਦਾਂ ਦਾ ਕੁਝ ਕੀਤਾ ਜਾਵੇ। ਸੋ ਸਾਲ 2012 ਦੇ ਵਿੱਚ ਇਹ ਪਹਿਲੀ ਡਾਇਰੈਕਟਰੀ ਬਣਾਈ ਸੀ। ਉਸ ਤੋਂ ਬਾਅਦ ਹਰ ਸਾਲ ਬਣਾਉਣਾ ਥੋੜ੍ਹਾ ਜਿਹਾ ਮੁਸ਼ਕਿਲ ਕਾਰਜ ਸੀਗਾ। ਅਸੀਂ ਇਹਨੂੰ ਫਿਰ 2 ਸਾਲ ਬਾਅਦ ਕੰਟੀਨਿਊ ਕੀਤਾ। ਹੁਣ 2 ਸਾਲਾਂ ਬਾਅਦ ਜਿਹੜਾ ਡਾਇਰੈਕਟਰੀ ਆਉਂਦੀ ਰਹੀ। ਤੇ ਅੱਜ ਜਿਹੜਾ 5ਵਾਂ ਐਡੀਸ਼ਨ ਅਸੀਂ ਤੁਹਾਡੇ ਸਾਹਮਣੇ ਰਿਲੀਜ਼ ਕਰ ਰਹੇ ਹਾਂ। ਇਹਦੇ ਬਾਰੇ ਮੈਂ ਦੱਸਦਾ, ਇਹ 432 ਪੇਜਾਂ ਦੀ ਇਹ ਡਾਇਰੈਕਟਰੀ ਆ। ਇਹਦੇ 'ਚ 43 ਕੈਟਾਗਰੀਜ਼ ਨੇ, ਜਿਹਦੇ ਵਿੱਚ ਪੰਜਾਬੀ ਸਿਨੇਮੇ ਨਾਲ, ਪੰਜਾਬੀ ਮਿਊਜ਼ਿਕ ਨਾਲ, ਪੰਜਾਬੀ ਰੰਗਮੰਚ ਨਾਲ, ਪੰਜਾਬੀ ਫੈਸ਼ਨ ਨਾਲ, ਤੇ ਲਾਈਫ ਸਟਾਈਲ ਜਿੰਨੇ ਵੀ ਜਰਨਲਿਸਟ ਨੇ ਸਭ ਦੀ ਕੰਟੈਕਟ ਡਿਟੇਲ, ਨਾਮ, ਫੋਨ ਨੰਬਰ, ਈਮੇਲ ID, ਇੰਸਟਾਗ੍ਰਾਮ ID ਵਿਦ ਫੋਟੋਗ੍ਰਾਫ ਪਬਲਿਸ਼। ਇਸ ਤੋਂ ਇਲਾਵਾ 1935 ਦੇ ਵਿੱਚ ਪੰਜਾਬੀ ਦੀ ਪਹਿਲੀ ਫਿਲਮ ਆਈ ਸੀ। ਉਸ ਫਿਲਮ ਤੋਂ ਲੈ ਕੇ 2020 ਤੱਕ, ਲਾਕਡਾਊਨ ਤੱਕ ਜਿੰਨੀਆਂ ਫਿਲਮਾਂ ਆਈਆਂ, ਤੁਹਾਨੂੰ ਹਰ ਫਿਲਮ ਦੀ ਇਹਦੇ ਵਿੱਚੋਂ ਡਿਟੇਲ ਮਿਲੇਗੀ। ਕਿਹੜੀ ਫਿਲਮ ਕਿੰਨੀ ਤਰੀਕ ਨੂੰ ਰਿਲੀਜ਼ ਹੋਈ ਸੀ, ਕਿਹਨੇ ਡਾਇਰੈਕਟ ਕੀਤੀ ਸੀ, ਕਿਹੜੇ ਉਹਦੇ ਵਿੱਚ ਕਲਾਕਾਰ ਸੀ। ਇਹਦੇ ਨਾਲ ਹੀ ਫਿਲਮ ਬੇਸਿਕਲੀ ਬਣਦੀ ਕਿਵੇਂ ਆ, ਫਿਲਮ ਦਾ ਪ੍ਰੋਸੈਸ ਕੀ ਹੁੰਦਾ। ਆਮ ਤੌਰ 'ਤੇ ਲੋਕਾਂ ਦੀ ਦਿਲਚਸਪੀ ਹੁੰਦੀ ਹੈ ਜਾਣਨ ਦੇ ਵਿੱਚ, ਤਾਂ ਉਹ ਉਸ ਦਿਲਚਸਪੀ ਨੂੰ ਮੱਦੇਨਜ਼ਰ ਹੀ ਇਹਦੇ 'ਚੋਂ ਲਾਇਆ। ਔਰ ਫਿਲਮ ਦਾ ਬਜਟ ਕਿਵੇਂ ਡਿਜ਼ਾਈਨ ਹੁੰਦਾ। ਨਾਰਥ ਇੰਡੀਆ ਦੇ ਵਿੱਚ ਬੇਸਿਕਲੀ ਪੰਜਾਬੀ ਫਿਲਮ ਦੀ ਰੀਚ ਕਿੱਥੋਂ ਤੱਕ ਆ, ਉਹਦੇ ਮੁਤਾਬਕ ਅਸੀਂ ਨਾਰਥ ਇੰਡੀਆ ਦੇ ਵਿੱਚ ਕਿੱਥੇ ਮਲਟੀਪਲੈਕਸ ਨੇ, ਕਿੱਥੇ ਸਿੰਗਲ ਸਕਰੀਨ ਆ, ਤਾਂ ਜੋ ਪ੍ਰੋਡਿਊਸਰ ਨੂੰ ਪਤਾ ਹੋਵੇ ਉਹਦੀ ਫਿਲਮ ਕਿੱਥੇ ਰਿਲੀਜ਼ ਹੋ ਰਹੀ ਆ। ਉਹ ਸਾਰੀ ਇਹਦੇ ਵਿੱਚ ਜਾਣਕਾਰੀ ਆ। ਇਸ ਤੋਂ ਇਲਾਵਾ ਕਿਹੜੀ ਫਿਲਮ ਨੂੰ ਕਦੋਂ ਕਿਹੜਾ ਅਵਾਰਡ ਮਿਲਿਆ, ਨੈਸ਼ਨਲ ਅਵਾਰਡ ਕਦੋਂ ਸ਼ੁਰੂ ਹੋਏ, ਪਹਿਲਾ ਅਵਾਰਡ ਕਿਹੜੀ ਫਿਲਮ ਨੂੰ ਮਿਲਿਆ, ਦੂਜਾ ਕਿਹਨੂੰ ਮਿਲਿਆ, ਲਾਸਟ ਕਿਹਨੂੰ ਮਿਲਿਆ। ਤੇ ਫਿਰ ਅਵਾਰਡ ਸ਼ੋਅ ਬੇਸਿਕਲੀ 2 ਹੀ ਆਪਣੇ ਪੰਜਾਬ ਦੇ ਵਿੱਚ ਵੱਡੇ ਹੁੰਦੇ ਫਿਲਮ ਵੈਸੇ, ਇੱਕ ਫਿਲਮ ਫੇਅਰ ਤੇ ਦੂਜਾ PTC ਅਵਾਰਡ। ਕਿਹੜੇ ਸਾਲ ਕਿਹਨੂੰ ਕਿਹੜਾ ਅਵਾਰਡ ਮਿਲਿਆ, ਉਹ ਸਾਰੀ ਜਾਣਕਾਰੀ। ਔਰ ਡਾਇਰੈਕਟਰੀ ਦੇ ਹਰ ਪੇਜ ਦੇ ਥੱਲੇ ਕੋਈ ਨਾ ਕੋਈ ਤੁਹਾਨੂੰ ਅਜਿਹੀ ਲਾਈਨ ਮਿਲੂਗੀ ਜਿਹੜੀ ਤੁਹਾਨੂੰ ਇਸ ਇੰਡਸਟਰੀ ਬਾਰੇ ਬਹੁਤ ਮਹੱਤਵਪੂਰਨ ਚੀਜ਼ਾਂ ਦੱਸੂਗੀ। ਹਰ ਪੇਜ ਦੇ ਥੱਲੇ ਉਹ ਚੀਜ਼ ਹੈਗੀ ਆ। ਤੇ ਲਾਕਡਾਊਨ ਦੇ ਵਿੱਚ ਇਹਨੂੰ ਬਣਾਉਣਾ, ਜਿਵੇਂ ਭਾਈ ਨੇ ਦੱਸਿਆ, ਸੱਚੀ ਮੁੱਚੀ ਮੁਸ਼ਕਿਲ ਕਾਰਜ ਸੀ। ਪਰ ਜਦੋਂ ਤੁਸੀਂ ਮਿਹਨਤ ਕਰਦੇ ਹੋ, ਤੁਹਾਨੂੰ ਲੋਕਾਂ ਦਾ ਸਹਿਯੋਗ ਹੁੰਦਾ, ਤਾਂ ਮੁਸ਼ਕਿਲ ਕਾਰਜ ਆਸਾਨ ਬਣਦੇ ਆ। ਬਹੁਤਾ ਟਾਈਮ ਨਹੀਂ ਲੱਗਦਾ। ਸੋ ਇਹ ਡਾਇਰੈਕਟਰੀ ਥੋੜ੍ਹੇ ਟਾਈਮ ਤੁਹਾਡੇ ਹੱਥਾਂ ਦੇ ਵਿੱਚ ਆ ਜੂਗੀ। ਕਿਹੋ ਜਿਹੀ ਬਣੀ ਆ, ਕਿੰਨੀ ਕੰਮ ਦੀ ਆ, ਇਹ ਤੁਸੀਂ ਦੱਸੋਗੇ ਹੈ ਨਾ। ਤੇ ਆਪਾਂ ਘੁੱਗੀ ਭਾਈ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਮੈਂ ਚਾਹੁੰਦਾ ਵੀ ਆਪਾਂ ਇਹਨੂੰ ਇੱਕ ਵਾਰੀ ਰਿਵੀਲ ਕਰ ਲਈਏ। ਇਹ ਰਿਵੀਲ ਕਰਾਂਗੇ ਅਸੀਂ ਸਾਰੇ ਦੇ ਸਾਰੇ ਪਲੀਜ਼। 5ਵਾਂ ਐਡੀਸ਼ਨ ਲੇਡੀਜ਼ ਐਂਡ ਜੈਂਟਲਮੈਨ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਹੋਇਆ, ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਛਪਿਆ ਹੋਇਆ 5ਵਾਂ ਐਡੀਸ਼ਨ ਅਸੀਂ ਤੁਹਾਨੂੰ ਗਿਫਟ ਕਰਨ ਜਾ ਰਹੇ ਹਾਂ ਪੰਜਾਬ ਦੀ ਇੰਡਸਟਰੀ ਨੂੰ। ਹੁਣ ਇਹ ਇੱਕ ਡਾਇਰੈਕਟਰੀ ਨਹੀਂ ਹੈ, ਪੂਰਾ ਡਾਕੂਮੈਂਟ ਹੈ ਇੰਡਸਟਰੀ ਦਾ। यार तेरी फ्लैश बहुत ऊपर आ रही है, बहुत ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ ਕੰਮ ਚੱਲਦਾ, ਤੁਹਾਡਾ ਸਟਾਫ ਮੈਂਬਰ ਵੀ ਹੈ। हाँ जी इधरों इधर देख लो भाई, लेफ्ट तो आ जाने जी, राइट। ਇਹਦੇ ਕਰਕੇ ਇੱਥੇ ਅਸੀਂ ਵੀ ਬਹੁਤ ਘਰ ਖਾਣਾ ਖਾਦਾ, ਇੱਥੇ ਬਹੁਤ ਟੇਸਟੀ ਖਾਣਾ ਇੱਥੇ ਦਾ। हाँ जी भाजी, इधर राइट चलते। भाई फ्रंट कर सामने। थैंक यू। थैंक यू। Thank you so much. Thank you. ਮੈਂ ਬੇਨਤੀ ਕਰਾਂਗਾ ਹਰਪਾਲ ਮਾਨ ਜੀ ਨੂੰ, ਹਰਪਾਲ ਮਾਨ ਜੀ ਪਲੀਜ਼, ਏਦਾਂ ਨਹੀਂ ਜਾ ਰਹੀ ਦੇਣਾ।
2 ਮਿੰਟ ਹਰਪਾਲ ਮਾਨ ਜੀ ਸ਼ੁਭਕਾਮਨਾਵਾਂ ਭੇਟ ਕਰਨਗੇ ਭਾਈ ਲੇਟ ਹੋ ਗਏ ਤਾਂ ਮੈਂ ਵੀ ਰੋਕੀ ਰੱਖਿਆ ਲੇਟ ਕਰ ਦਿੱਤਾ ਮੈਨੂੰ ਕੱਲ ਕੋਈ ਕਰ ਰਿਹਾ ਵੱਡਾ ਪ੍ਰੋਗਰਾਮ ਅਰੇਂਜਮੈਂਟ ਕੱਲ ਅਸੀਂ ਤੁਹਾਨੂੰ ਦੱਸਦਾ ਮੈਂ ਬਸ ਇੱਥੋਂ ਪਤਾ ਲੱਗਦਾ ਵੀ ਆਪਦੇ ਮਹਿਕਮੇ ਦਾ ਆਪਣੇ ਦਾ ਬੰਦਾ ਗੁਨਾਹ ਕੋਈ ਗੁਸਤਾਖੀ ਉਹ ਮਾਫ ਕਰ ਦਿੰਦਾ। ਤੁਸੀਂ ਕੋਈ ਨਹੀਂ ਬੋਲਿਆ ਸਪਨ ਹੋਰਾਂ ਨੂੰ, ਕਲਾਕਾਰਾਂ ਦੀ ਪ੍ਰੈਸ ਲੇਟ ਅਸੀਂ 5 ਮਿੰਟ ਵੀ ਲੇਟ ਹੋ ਜਾਂਦੇ ਤਾਂ ਸਾਡਾ ਕੀ ਹਾਲ ਕਰਨਾ ਸੀ। ਕੁਗੀ ਭਾਈ ਦਾ ਵੇਟ ਕਰ ਰਹੀ ਤਾਂ ਦੇਖੋ ਕੀ ਭਾਜੀ ਨਹੀਂ, ਮੈਂ ਕਿਹਾ ਤੇਰੇ ਨਾਲ ਉਹਨਾਂ ਨੇ ਲਿਆਜ਼ਦਾਰੀ ਦੀ ਗੱਲ ਲਿਹਾਜ਼ਦਾਰੀ ਹੈ ਕੀਤੀ ਪੂਰੀ। ਛੋਟੇ ਵੀਰ ਨੂੰ ਮੁਬਾਰਕਾਂ ਜੀ, ਬਹੁਤ ਔਖਾ ਕਾਰਜ। ਮੈਂ ਤਾਂ ਇੱਕੋ ਗੱਲ ਜਾਣਦਾ ਕਿ ਪੰਜਾਬੀ ਵਿੱਚ ਕੋਈ ਵੀ ਕੰਮ ਕਰਨਾ, ਪੰਜਾਬੀ ਸਿਨੇਮੇ ਚ ਐਂਟਰਟੇਨਮੈਂਟ ਦੇ ਵਿੱਚ ਬੜਾ ਔਖਾ, ਲੇਕਿਨ ਦਿਨ ਬ ਦਿਨ ਬੜੇ ਖੂਬਸੂਰਤ ਰਾਹ ਬਣੇ। ਸਾਡੀ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ, ਪਰ ਸਪਨ ਵੀ ਉਹਨਾਂ ਲੋਕਾਂ ਵਿੱਚੋਂ ਆ ਜਿਹਨੇ ਸਭ ਤੋਂ ਪਹਿਲਾਂ ਇੰਨਾ ਵੱਡਾ ਖੂਬਸੂਰਤ ਇਨੀਸ਼ੀਏਟਿਵ ਲਿਆ ਜਿਹਦੀ ਬਹੁਤ ਜ਼ਰੂਰਤ ਹੈ ਤੇ ਨਿਰੰਤਰ ਇਹ ਜਾਰੀ ਹੈ ਇਹਨਾਂ ਦੀ ਜਰਨੀ। ਇਹ ਮੈਂ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ ਜੀ। ਬਹੁਤ ਪਾਲੀ ਜੀ ਸਤਿਕਾਰ, ਸਾਡੇ ਘੁੱਗੀ ਭਾ ਇਕੱਠੇ ਅਸੀਂ ਸ਼ੁਰੂ ਹੋਏ, ਚੀਮਾ ਸਾਹਿਬ ਇੱਕ ਹੋਰ ਬਹੁਤ ਪਾਏਦਾਰ ਕੰਮ ਜਿਹੜਾ ਇੰਡਸਟਰੀ ਦਾ ਕਰ ਰਹੇ ਮੈਂ ਆ। ਭਾਜੀ ਇੰਟਰਪਟ ਕਰਕੇ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਦੇਖਿਓ ਅੱਜ ਇੰਡਸਟਰੀ ਜਿਹੜੀ ਹੈ ਕਿਸੇ ਨੇ ਨੋਟਿਸ ਨਹੀਂ ਕੀਤਾ, ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਤੁਹਾਡੇ ਸਾਹਮਣੇ ਬੈਠੀ ਹੈ। ਉਹ ਸਿਰਾ ਕਿੱਥੋਂ ਸ਼ੁਰੂ ਹੁੰਦਾ ਹੈ? ਹਰਭਜਨ ਉਹਨਾਂ ਦੀ ਪਹਿਲੀ ਫਿਲਮ ਆਈ ਸੀ ਜੀ ਆਇਆਂ ਨੂੰ। ਦੂਸਰਾ ਸਿਰਾ ਕੀ ਹੈ ਕਿ ਅੱਜ ਫਿਲਮ ਸਿਟੀ ਬਣ ਗਈ ਸਾਡੇ ਇੱਥੇ ਤੇ ਮੋਹਾਲੀ ਦੇ ਵਿੱਚ। ਉਹ ਇੱਕ ਫਿਲਮ ਨੇ ਅਸੀਂ ਜਾਗ ਲਾਈ ਸੀ, ਅੱਜ ਸਾਡੇ ਕਿੰਨੇ ਏਕੜ 'ਚ ਬਣੀ ਹੈ ਭਾਜੀ? ਉਹ ਬਸ ਸ਼ੁਰੂ ਇਹ ਬਣੀ ਜਾਂਦੀ ਹੈ ਏਕੜ ਏਕੜ ਨਹੀਂ ਦੱਸਦੇ ਬੰਦੇ ਜਿਹੜੇ ਬਹੁਤ ਖਰਾਬ ਹੁੰਦੇ, ਬਿਜ਼ਨਸਮੈਨ ਬੰਦੇ ਨਾ ਆਪਣਾ ਭੇਦ ਨਹੀਂ ਦੱਸਦੇ ਕਦੀ। ਅੱਜ ਇੱਕ ਸਿਰੇ ਤੋਂ ਦੂਸਰਾ ਸਿਰਾ ਤੁਸੀਂ ਦੇਖ ਰਹੇ ਇੰਡਸਟਰੀ ਦਾ। ਕੈਰੀ ਔਨ ਭਾਜੀ ਪਲੀਜ਼। ਬਸ ਵਧਾਈ ਜੀ, ਮੁਬਾਰਕਬਾਦ। ਛੋਟਾ ਵੀਰ ਮੇਰਾ ਬਾਵਾ ਮਾਣ ਹੈ ਇਹਦੇ ਤੇ, ਛੋਟੇ ਵੀਰ ਤੇ ਬਾ ਕਮਾਲ ਗਾ ਰਿਹਾ ਫਿਲਮਾਂ ਸਭ ਪੰਜਾਬੀ ਬੱਲੇ ਬੱਲੇ ਆ, ਜ਼ਿੰਦਾਬਾਦ ਆ। ਬਸ ਢਿੱਡੋਂ ਖੁਸ਼ੀ ਆ, ਦਿਲੋਂ ਖੁਸ਼ੀ ਆ। ਸਪਨ ਸਾਰੀ ਟੀਮ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਜੀ, ਬਹੁਤ ਬਹੁਤ ਮੁਬਾਰਕ। ਭਾਜੀ ਬਿਲਕੁਲ ਬੋਲੇ ਭਾਜੀ। ਹਰਭਜਨ ਭਾਜੀ ਹਰਪਾਲ ਭਾਈ ਤੁਸੀਂ ਕਰਿਓ ਗੱਲ ਮੈਂ ਬਸ। ਬਾਬਾ ਭਾਈ ਨਹੀਂ ਨਹੀਂ ਭਾਈ ਨੂੰ ਬੁਲਾਓ, ਮੈਂ ਤਾਂ ਬਾਅਦ ਚ ਬੋਲ ਦਿੰਦਾ। ਪਰਸੋਂ ਨਹੀਂ ਭਾਜੀ ਮੈਂ ਇਹ ਜਿਹੜਾ ਇਨੀਸ਼ੀਏਟਿਵ 5ਵਾਂ ਐਡੀਸ਼ਨ ਹੈ, ਸ਼ੂਟ ਚੱਲ ਰਿਹਾ ਭਾਈ। ਇਹਦੇ ਵਿੱਚ ਬਹੁਤ ਮੈਂ ਆਪਣੀ ਸੈਸ਼ਨ ਜਿਹੜਾ ਹੈ ਪੰਜਾਬ ਫਿਲਮ ਸਿਟੀ ਦਾ ਹੈ। ਸ਼ਿਵਾ ਸਾਹਿਬ ਹਾਂਜੀ ਮਾਨ ਸਾਹਿਬ ਤੁਹਾਡੇ ਨਾਲ ਸਵਾਲ ਕਰਨਾ ਇੱਕ ਸਵਾਲ ਮਾਨ ਨਹੀਂ ਨਹੀਂ ਭਾਜੀ ਦੇ ਦਿਓ ਆਨਸਰ ਉਹਨੂੰ ਕੋਈ ਗੱਲ ਨਹੀਂ। ਮਾਣ ਘਿਰ ਜਾਂਦੇ। ਇਹ ਕਹਿੰਦੇ ਮਾਨ ਸਵਾਲਾਂ 'ਚ ਘਿਰ ਜਾਂਦੇ ਨੇ, ਪੰਗਾ ਲੈਣ ਤੋਂ ਡਰਦੇ ਆ। ਮੈਂ ਬੇਨਤੀ ਕਰਦਾ ਗੁਰਪ੍ਰੀਤ ਘੁੱਗੀ ਜੀ ਨੂੰ, ਭਾਈ ਨੂੰ ਬੁਲਾਓ, ਮੈਂ ਤਾਂ ਬਾਅਦ ਚ ਕਿਤੇ ਇਹ ਲੇਟ ਆਏ ਨੇ, ਹੁਣੇ ਗੱਲਾਂ ਕਰਨਗੇ। ਮੈਂ ਸੁਣਿਆ ਕਿ ਇਹਨਾਂ ਦਾ ਚਲਾਨ ਕੱਟਿਆ ਗਿਆ ਤਾਜ਼ਾ ਹੁਣੇ, ਤਾਂ ਲੇਟ ਹੋ ਗਏ ਸ਼ਾਇਦ, ਤੇ ਹੁਣੇ ਇਹ ਜਿਹੜੀ ਕਮੀ ਪੂਰੀ ਕਰਨਗੇ। ਗੁਰਪ੍ਰੀਤ ਘੁੱਗੀ ਜੀ ਆਪਣੇ ਵੱਲੋਂ ਸ਼ੁਭੇच्छਾਵਾਂ ਦੇਣਗੇ ਸਭ ਨੂੰ। ਥੈਂਕ ਯੂ ਭਾਜੀ ਨੇ ਮੇਰੀ ਤਾਰੀਫ ਕੀਤੀ ਹੈ ਕਿ ਇਹਦਾ ਚਲਾਨ ਕੱਟਿਆ ਗਿਆ। ਇਹ ਕਿੰਨੀ ਚੰਗੀ ਗੱਲ ਦਾ ਇਹਨੇ ਸੰਕੇਤ ਦਿੱਤਾ। ਮੈਂ ਚਾਹੁੰਦਾ ਤੇ ਚਲਾਨ ਮਾਫ ਕਰਾ ਕੇ ਫੋਨ ਕਰਾ ਕੇ ਵੀ ਆ ਸਕਦਾ ਸੀ। ਮੈਂ ਆਪਣਾ ਚਲਾਨ ਕਟਾ ਕੇ ਆਇਆ, ਟਾਈਮ ਲੱਗਾ ਮੈਨੂੰ ਭਾਜੀ। ਇਹ ਤੁਸੀਂ ਕੀਤੀ ਤਾਰੀਫ ਸੀ ਪਰ ਮੈਨੂੰ ਸਿੱਧੀ ਪੈ ਗਈ, ਮਤਲਬ ਦੂਜੀ ਤਾਰੀਫ ਕੀਤੀ ਸੀ। ਮੈਂ ਤਾਂ ਬਚਾ ਕੀਤਾ ਸੀ, ਤੁਸੀਂ ਲੇਟ ਕਿਉਂ ਹੋ ਗਏ? ਨਹੀਂ ਨਹੀਂ ਮੈਂ ਚਲੋ ਥੈਂਕ ਯੂ ਸੋ ਵੈਰੀ। ਹਾਂਜੀ ਨਹੀਂ ਨਹੀਂ ਚਲਾਨ ਨਹੀਂ ਕੱਟਿਆ ਭਾਜੀ ਯਾਰ ਤੁਹਾਡੇ ਹੁੰਦੇ ਸਾਡੇ ਚਲਾਨ ਕੱਟੇ ਜਾਣਗੇ। ਤੁਹਾਡਾ ਨਾਂ ਲਈਦਾ ਭਾਜੀ, ਮਿੱਤਰਾਂ ਦਾ ਨਾਂ ਚੱਲਦਾ। ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਮੈਂ ਜਿੱਦਾਂ ਪਹਿਲਾਂ ਹਰਭਜਨ ਹੁਣੀ ਬੋਲ ਰਹੇ ਸੀ, ਮੇਰੇ ਵਾਸਤੇ ਬਹੁਤ ਅੱਜ ਮੈਂ ਇਹੀ ਚੀਜ਼ ਦੇਖ ਕੇ ਇਨਫੈਕਟ ਮੈਨੂੰ ਇੰਨੀ ਖੁਸ਼ੀ, ਕਿਉਂਕਿ ਮੈਂ ਵੀ ਉਸੇ ਫਿਲਮ ਤੋਂ ਡੈਬਿਊ ਕੀਤਾ ਸੀ, ਜੀ ਆਇਆਂ ਨੂੰ ਫਿਲਮ ਤੋਂ। ਹਰਭਜਨ ਹੁਣਾਂ ਦੀ ਵੀ ਡੈਬਿਊ ਮੂਵੀ ਸੀ, ਅਸੀਂ ਬਹੁਤ ਸਾਰੇ ਲੋਕਾਂ ਨੇ ਉਹਦੇ ਵਿੱਚ ਡੈਬਿਊ ਕੀਤਾ ਸੀ। ਔਰ ਅੱਜ ਮੰਜ਼ਰ ਦੇਖੋ ਤੁਸੀਂ ਕਿ ਅੱਜ ਇਸ ਸਥਿਤੀ 'ਚ ਅਸੀਂ ਪਹੁੰਚ ਗਏ ਹਾਂ ਕਿ ਅੱਜ ਸਾਡੇ ਕੋਲ, ਮੈਂ ਤੁਹਾਨੂੰ ਮਤਲਬ ਅਸ਼ੋਰ ਕਰਦਾ ਕਿ ਬਹੁਤ ਜਲਦੀ ਤੁਸੀਂ ਮਹਿਸੂਸ ਕਰੋਗੇ ਕਿ ਹੈਦਰਾਬਾਦ ਜਿੱਦਾਂ ਰਾਮੋ ਜੀ ਅਸੀਂ ਦੇਖਦੇ ਹਾਂ, ਉਸ ਲੈਵਲ ਦੀ ਫਿਲਮ ਸਿਟੀ ਸਾਡੇ ਕੋਲ ਚੀਮਾ ਸਾਹਿਬ ਲੈ ਕੇ ਆ ਰਹੇ ਨੇ। ਸੋ ਇੱਕ ਬੜੀ ਜਲਦੀ ਵੱਡੀ ਛਲਾਂਗ ਮਾਰੀ ਹੈ ਪੰਜਾਬੀ ਫਿਲਮ ਇੰਡਸਟਰੀ ਨੇ, ਬਹੁਤ ਵੱਡੀ ਅਚੀਵਮੈਂਟ ਹੈ। ਔਰ ਇਹ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਅਸੀਂ ਜਦੋਂ ਵੀ ਇੱਥੇ ਆਉਂਦੇ ਮੈਨੂੰ ਯਾਦ ਆ ਜਾਂਦੀ ਹੈ ਪ੍ਰੈਸ ਕਾਨਫਰੰਸ ਪਹਿਲੀ ਜਿਹੜੀ ਜੀ ਆਇਆਂ ਨੂੰ ਦੀ ਅਸੀਂ ਮਨਮੋਹਨ ਜੀ ਦੇ ਨਾਲ ਇੱਥੇ ਕੀਤੀ ਸੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਹਾਡਾ ਨਿਰੰਤਰ ਸਾਥ ਹੈ। ਔਰ ਅੱਜ ਆ ਦੇਖੋ ਗੋਲਡਨ ਕਵਰ ਦੇ ਵਿੱਚ ਹੀ ਨਹੀਂ ਹੈ, ਇਹ ਸਾਡੇ ਵਾਸਤੇ ਇੱਕ ਗੋਲਡਨ ਡਾਕੂਮੈਂਟ ਹੈ। ਇਹ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਜਿਹੜਾ ਗੋਲਡਨ ਏਰਾ ਮੈਂ ਕਹਾਂਗਾ ਚੱਲ ਰਿਹਾ, ਉਹਦਾ ਇੱਕ ਗੋਲਡਨ ਡਾਕੂਮੈਂਟ ਹੈ ਸਾਡੇ ਕੋਲ। ਔਰ ਇਹ ਰਹਿੰਦੀ ਦੁਨੀਆ ਤੱਕ ਯਾਦ ਕਰਾਉਂਦਾ ਰਹੇਗਾ ਕਦੋਂ ਕਿਹੜੇ ਲੋਕ
ਕਿੱਥੇ ਕੰਮ ਕਰਦੇ ਸੀ। ਇਹ ਅੱਜ ਵਾਸਤੇ ਨਹੀਂ ਹੈ, ਇਹ ਸਹੂਲਤ ਤੁਹਾਨੂੰ 10 ਸਾਲ 15 ਸਾਲ ਵਾਸਤੇ ਨਹੀਂ ਹੈ, ਇਹ 100 ਸਾਲ ਬਾਅਦ ਕਿਸੇ ਲਾਇਬ੍ਰੇਰੀ 'ਚ ਪਈ ਹੋਏਗੀ, ਯੂਨੀਵਰਸਿਟੀ ਦੀ ਕਿਸੇ ਕਾਲਜ ਦੀ ਬੁੱਕ ਸ਼ੈਲਫ ਦੇ ਵਿੱਚ ਪਈ ਹੋਏਗੀ, ਘਰਾਂ ਦੇ ਵਿੱਚ ਪਈ ਹੋਏਗੀ। ਜਦੋਂ ਲੋਕ ਇੱਥੋਂ ਦੁਬਾਰਾ ਕੋਈ ਸਟੂਡੈਂਟਸ ਉੱਠਣਗੇ, ਜਗਿਆਸੂ ਲੋਕ ਉੱਠਣਗੇ, ਉਹ ਇਹਦੀ ਧੂੜ ਝਾੜ ਕੇ ਇਹਦੇ 'ਚੋਂ ਪੜ੍ਹਨਗੇ, ਚੋਂ ਲੱਭਣਗੇ ਵੀ ਕੌਣ ਲੋਕ ਹੁੰਦੇ ਸਨ ਜਿਹੜੇ ਉਦੋਂ ਇੰਡਸਟਰੀ ਚਲਾ ਰਹੇ ਸੀ। ਫਿਰ ਉਹ ਸਾਡੇ ਚਿਹਰੇ ਦੇਖਣਗੇ, ਸਾਨੂੰ ਯਾਦ ਕਰਨਗੇ, ਤੇ ਸਾਡੀ ਉਦੋਂ ਵੀ ਹਾਜ਼ਰੀ ਲੱਗੇਗੀ ਫਿਲਮ ਇੰਡਸਟਰੀ ਦੇ ਵਿੱਚ। ਸੋ ਇਹ ਡਾਕੂਮੈਂਟੇਸ਼ਨ ਨੂੰ ਹਮੇਸ਼ਾ ਮੈਂ ਬਹੁਤ ਸਤਿਕਾਰ ਦਿੰਦਾ। ਔਰ ਸਪਨ ਮਨਚੰਦਾ ਉਹਨਾਂ ਨੇ ਇਹ ਇਸ ਗੱਲ ਦੇ ਆਗੂ ਬਣੇ ਸੀ, ਇਹਨਾਂ ਨੇ ਅੱਗੇ ਲੱਗ ਕੇ ਕੰਮ ਸ਼ੁਰੂ ਕੀਤਾ ਸੀ, ਮੋਹਰੀ ਬਣੇ ਸੀਗੇ ਕਿ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਕਿ ਅੱਜ ਐਡੀ ਵੱਡੀ ਇੰਡਸਟਰੀ ਬਣ ਚੁੱਕੀ ਹੈ ਕਿ ਰਣਜੀਤ ਬਾਵਾ ਸਾਡੇ ਕੋਲ ਬੈਠਾ, ਮੇਰਾ ਛੋਟਾ ਭਰਾ ਹੈ, ਇਹਨੂੰ ਹੀ ਮੈਂ ਬੁੱਕ ਕਰਨਾ ਹੋਵੇ ਫਿਲਮ ਆਦੇ ਤੇ ਉਹੀ ਨਹੀਂ ਹੁੰਦਾ ਸਾਡੇ ਕੋਲ, ਐਡਾ ਮਹਿੰਗਾ ਹੋ ਗਿਆ ਨਾ। ਵਧਾਉਣ ਜੀ ਸੁੱਟ ਲਈ, ਇੱਕ ਵਾਰੀ ਨਹੀਂ ਕਹਿੰਦਾ ਭਾਜੀ ਨਹੀਂ ਕੋਈ ਤੁਹਾਡੇ ਲਈ ਤਿਆਰ ਆ। ਪ੍ਰੋਫੈਸ਼ਨਲ ਬੰਦੇ ਬਹੁਤ ਖਰਾਬ ਹੁੰਦੇ ਆ। ਮੇਰੇ ਕਹਿਣ ਦਾ ਮਤਲਬ ਹੈ ਕਿ ਉਦੋਂ ਇੱਕ ਜਾਗ ਲੱਗੀ ਸੀ ਜਦੋਂ ਹਰਭਜਨ ਉਹਨਾਂ ਨੇ ਪਹਿਲੀ ਫਿਲਮ ਕੀਤੀ ਸੀ, ਤੇ ਅੱਜ ਇਹਨੂੰ ਮੈਂ ਬੱਚਾ ਹੀ ਕਹਾਂਗਾ, ਸਾਡਾ ਛੋਟਾ ਵੀਰ ਹੈ। ਉਹ ਬੱਚੇ ਜਿਨ੍ਹਾਂ ਨੇ ਕਦੇ ਲਾਈਨਾਂ 'ਚ ਲੱਗ ਲੱਗ ਕੇ ਟਿਕਟਾਂ ਲਈਆਂ, ਧੱਕੇ ਖਾਧੇ ਪੰਜਾਬੀ ਫਿਲਮ ਦੇਖਣ ਲਈ ਕਿ ਫਿਲਮ ਆ ਰਹੀ ਹੈ ਇਹਨਾਂ ਦੀ, ਤੇ ਅੱਜ ਇੰਨੇ ਮਹਿੰਗੇ ਸਾਡੇ ਸਟਾਰ ਹੋਏ ਹੋਏ ਨੇ ਕਿ ਦੂਜੇ ਇੰਡਸਟਰੀ ਦੇ ਲੋਕ ਵੀ ਇਹਨਾਂ ਨੂੰ ਆਪਣੀਆਂ ਫਿਲਮਾਂ 'ਚ ਲੈਣਾ ਚਾਹ ਰਹੇ ਨੇ। ਔਰ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਕਿੰਨੇ ਆਰਟਿਸਟ ਨੇ ਜਿਹੜੇ ਹੁਣ ਤੁਸੀਂ ਹਿੰਦੀ 'ਚ ਵੀ ਦੇਖ ਰਹੇ ਹੋ, ਨਿਰੋਲ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਦੀ ਅੱਜ ਹਿੰਦੀ ਫਿਲਮਾਂ ਦੇ ਵਿੱਚ ਵੀ ਡਿਮਾਂਡ ਹੈ। ਸੋ ਹਿੰਦੀ ਵੱਲੋਂ ਤਾਂ ਲੋਕ ਪੰਜਾਬੀ 'ਚ ਆਉਂਦੇ ਦੇਖੇ ਸੀ, ਅੱਜ ਪੰਜਾਬੀ ਵੱਲੋਂ ਉਧਰ ਡਿਮਾਂਡ ਆਵੇ ਹਿੰਦੀ 'ਚ ਤੁਹਾਡੀ, ਇਹਦਾ ਮਤਲਬ ਅਸੀਂ ਕਿੰਨਾ ਐਕਸਪੈਂਡ ਕਰ ਗਏ ਹਾਂ, ਕਿੰਨੀ ਸਾਡੀ ਇੰਡਸਟਰੀ ਵੱਡੀ ਹੋ ਗਈ ਹੈ। ਸੋ ਸਿਰਫ ਇੰਨੇ ਕੀ ਤੁਹਾਡੇ ਨਾਲ ਬੋਲ ਸਾਂਝੇ ਕਰਨੇ ਸੀ ਕਿ ਅੱਜ ਸਿਰਫ ਤੁਹਾਡੀ ਬਦੌਲਤ ਔਰ ਸਾਡੀ ਸਾਫ਼ ਗੋਈ ਦੀ ਬਦੌਲਤ ਮੈਨੂੰ ਬੜੀ ਖੁਸ਼ੀ ਹੋਈ। ਪਿੱਛੇ ਮੈਂ ਇੱਕ ਦਿਨ ਇੱਕ ਸ਼ੋਅ 'ਚ ਹੀ ਬੈਠਾ ਸੀ, ਉੱਥੇ ਵੀ ਕਪਿਲ ਨੇ ਗੱਲ ਬੜੀ ਸਾਫ਼ ਗੋਈ ਨਾਲ ਕਹੀ ਸੀ ਕਿ ਅੱਜ ਵੀ ਕਹਿੰਦਾ ਸਾਨੂੰ ਇਸ ਗੱਲ 'ਤੇ ਮਾਣ ਹੈ ਔਰ ਸਾਨੂੰ ਡਰ ਹੈ ਇਸ ਗੱਲ ਦਾ, ਜਦੋਂ ਕਾਮੇਡੀ ਕਰੀਦੀ ਹੈ ਭਾਜੀ ਨੂੰ ਕਹਿੰਦਾ ਧਿਆਨ 'ਚ ਰੱਖ ਕੇ ਦਿਮਾਗ 'ਚ ਗੱਲ ਆ ਜਾਂਦੀ, ਬਿਲੋ ਦਾ ਬੈਲਟ ਨਹੀਂ ਜਾਣਾ। ਉਹ ਵੀ ਆਰਟਿਸਟ ਉੱਥੇ ਗੱਲ ਨੂੰ ਮੰਨਦਾ ਕਿ ਕਾਮੇਡੀ ਜਿਹੜੀ ਹੈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਸੋ ਮੈਂ ਇਕੱਲੀ ਕਾਮੇਡੀ ਦੀ ਗੱਲ ਨਹੀਂ ਕਰਾਂਗਾ, ਸਾਡੇ ਪੰਜਾਬ ਦਾ ਸਾਰਾ ਕੰਟੈਂਟ 99% ਕੰਟੈਂਟ ਜਿਹੜਾ ਉਹ ਇੰਨਾ ਕੁ ਵਧੀਆ ਸਾਫ਼ ਸੁਥਰਾ ਰਿਹਾ, ਤੇ ਤਾਂ ਹੀ ਅੱਜ ਇੰਨੀ ਜਲਦੀ ਲੋਕ ਜਿਹੜੇ ਆ ਸਾਡੇ ਨਾਲ ਜੁੜੇ ਨੇ। ਸੋ ਇੰਡਸਟਰੀ ਨੂੰ ਹੋਰ ਚੜ੍ਹਦੀ ਕਲਾ ਵੱਲ ਜਾਣ ਲਈ ਢੇਰ ਸਾਰੀਆਂ ਸਾਡੀਆਂ ਸ਼ੁਭ ਇੱਛਾਵਾਂ, ਦੁਆਵਾਂ। ਅਪਕਮਿੰਗ ਆਰਟਿਸਟ ਜਿਹੜੇ ਨੇ, ਨਵੇਂ ਡਾਇਰੈਕਟਰ, ਨਵੇਂ ਪ੍ਰੋਡਿਊਸਰਸ ਲਈ ਦੁਆਵਾਂ। ਔਰ ਸਪਨ ਮਨਚੰਦਾ ਦਾ ਧੰਨਵਾਦ, ਇਹਨੂੰ ਮੈਂ ਬਹੁਤ ਥੈਂਕਸ ਪੇ ਕਰਦਾ ਆਪਣੇ ਵੱਲੋਂ ਕਿ ਅਸੀਂ ਲੋਕ ਜੋ ਕੰਮ ਨਹੀਂ ਕਰ ਸਕਦੇ ਅਸੀਂ ਸਕਰੀਨ 'ਤੇ ਕੰਮ ਕਰਦੇ ਹਾਂ। ਤੁਸੀਂ ਬਿਹਾਈਂਡ ਦਾ ਕੈਮਰਾ, ਤੁਸੀਂ ਸਕਰੀਨ ਦੇ ਪਿੱਛੇ ਰਹਿ ਕੇ ਇਹ ਜੋ ਸਦੀਵੀ ਯਾਦਾਂ ਬਣਾ ਰਹੇ ਹੋ ਲੋਕਾਂ ਵਾਸਤੇ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਭਾਜੀ ਤੁਸੀਂ ਤਾਂ ਜਵਾਬ ਹੀ ਨਹੀਂ ਤੁਹਾਡਾ। ਗਲਤ ਨਹੀਂ ਸੀ ਕਿਹਾ ਕਿ ਬੜੇ ਜ਼ਹੀਨ ਅਦਾਕਾਰ ਨੇ। ਜ਼ਹੀਨ ਅਦਾਕਾਰ ਤੋਂ ਮਤਲਬ ਇਹ ਨਹੀਂ ਕਿ ਐਕਟਿੰਗ ਦੇ ਮਾਮਲੇ ਵਿੱਚ ਜ਼ਹੀਨ ਨੇ। ਜਦੋਂ ਅਸੀਂ ਲੌਕ ਫਿਲਮ ਕਰ ਰਹੇ ਸੀ ਜੋ ਬੜੀ ਇੰਟੈਲੀਜੈਂਟ ਫਿਲਮ ਸੀ, ਔਰ ਗੁਰਪ੍ਰੀਤ ਘੁੱਗੀ ਜੀ ਨੇ, ਅਗਰ ਉਹਦੇ ਵਿੱਚ ਤੁਸੀਂ ਇਹ ਰਾਈਟਰ ਦਾ ਰੂਪ ਦੇਖਿਆ ਹੋਏਗੀ, ਫਿਲਮ ਤੱਕ ਕਮਾਲ ਸੀ। ਲੇਕਿਨ ਇਹ ਸਕਾਲਰ ਵੀ ਨੇ, ਅੱਜ ਬਹੁਤ ਘੱਟ ਗੱਲਾਂ ਹੋਈਆਂ ਨੇ। ਕਦੇ ਤੁਸੀਂ ਜ਼ਿੰਦਗੀ 'ਚ ਗੁਰਪ੍ਰੀਤ ਘੁੱਗੀ ਦਾ ਇਹ ਰੂਪ ਦੇਖਣਾ ਚਾਹੋਗੇ ਤਾਂ ਜ਼ਰੂਰ ਤੁਹਾਨੂੰ ਹੈਰਾਨ ਕਰਨਗੇ। ਜਿਨ੍ਹਾਂ ਨੇ ਪਾਲੀ ਜੀ ਨੂੰ ਪੜ੍ਹਿਆ ਹੋਵੇ ਗੱਲਾਂ ਆ ਜਾਂਦੀਆਂ ਉਹਨਾਂ ਨੂੰ ਚਾਰ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਨੌਜਵਾਨ ਤੇ ਪਾਪੂਲਰ ਸਿੰਗਰ ਨੂੰ, ਬੜੇ ਜੋਸ਼ੀਲੇ ਸਿੰਗਰ ਨੂੰ, ਰਣਜੀਤ ਬਾਵਾ ਨੂੰ, ਕਿ ਉਹ ਵੀ ਆਪਣੀਆਂ ਸ਼ੁਭਕਾਮਨਾਵਾਂ ਭੇਂਟ ਕਰਨ। ਔਰ ਬਾਬਾ ਜੀ ਨੇ ਜਿਹੜਾ ਤੂਫਾਨ ਮਚਾਇਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅੱਜ ਬਾਬਾ ਜੀ ਸਭ ਤੋਂ ਪਹਿਲਾਂ ਜੀ ਹੈ ਸਾਰੀ ਪ੍ਰੈਸ ਦਾ ਔਰ ਮੇਰੇ ਸੀਨੀਅਰ ਜਿਨ੍ਹਾਂ ਨੂੰ ਰਿਕਾਰਡ ਬੈਠੇ ਬਹੁਤ ਅੱਛੀ ਜਿਹੜੇ ਰਿਸਪੈਕਟਡ ਵਾਲੀ ਭੁਪਿੰਦਰ ਭਾਜੀ, ਹਰਪ੍ਰੀਤ ਭਾਈ ਜੀ, ਕੋਗੀ ਭਾਜੀ, ਸਪਨ ਭਾਜੀ ਔਰ ਚੀਮਾ ਜੀ, ਸਾਰੇ ਮੇਰੇ ਸੀਨੀਅਰ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਇਹਨਾਂ ਦੇ ਨਾਲ ਬੈਠਾ ਔਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਇਸ ਕਾਰਜ ਦੇ ਵਿੱਚ ਮੈਨੂੰ ਯਾਦ ਕੀਤਾ ਗਿਆ ਔਰ ਇਸ ਕਾਬਿਲ ਸਮਝਿਆ ਗਿਆ ਕਿ ਮੈਂ ਇਹਨਾਂ ਲੋਕਾਂ ਦੇ ਵਿੱਚ ਸ਼ਾਮਿਲ ਹੋ ਸਕਦਾ। ਔਰ ਬਹੁਤ ਬਹੁਤ ਮੁਬਾਰਕਾਂ ਸਪਨ ਭਾਜੀ ਨੂੰ। ਸਾਡੀ ਕੋਈ ਬਹੁਤ ਹੀ ਲੰਬੀ, ਮੈਂ ਕਹਿ ਨਹੀਂ ਸਕਦਾ ਕਿ ਦੋਸਤੀ ਹੈ ਜਾਂ ਲੰਬਾ, ਇੱਕ ਦੂਸਰੇ ਨੂੰ ਜਾਣਦੇ ਹਾਂ। ਮੈਨੂੰ 6-7 ਸਾਲ ਹੋਏ ਹਨ ਇੰਡਸਟਰੀ 'ਚ ਆਏ ਨੂੰ ਔਰ ਜਦ ਤੋਂ ਭਾਜੀ ਨਾਲ ਹੌਲੀ ਹੌਲੀ ਮਿਲਦੇ ਸਾਡੀ ਜਿਹੜੀ ਸਾਂਝ ਆ ਉਹ ਗੂੜੀ ਹੋਈ। ਤੋ ਇਸ ਤੋਂ ਪਹਿਲਾਂ ਵੀ ਮੈਂ ਜਿਹੜੀ ਡਾਇਰੈਕਟਰੀ 2 ਸਾਲ ਪਹਿਲਾਂ ਜਿਹੜੀ ਡਾਇਰੈਕਟਰੀ ਆਪਾਂ ਕੀਤੀ ਸੀ ਉਦੋਂ ਵੀ ਮੈਂ ਆਇਆ ਸੀਗਾ ਔਰ ਸੱਚ ਜਾਣਿਓ ਬਹੁਤ ਕੰਮ ਆਈ। ਸਮ ਟਾਈਮ ਇੱਦਾਂ ਹੁੰਦਾ ਕਿ ਤੁਸੀਂ ਕਿਸੇ ਤੋਂ ਨੰਬਰ ਲੈਣ ਲੱਗੇ ਝਿਜਕਦੇ ਹੋ ਵੀ ਕਿਸੇ ਨੂੰ ਫੋਨ ਕਰਾਂਗੇ, ਉਸ ਤੋਂ ਨੰਬਰ ਮੰਗਾਂਗੇ, ਅਗਲਾ ਸਭ ਟਾਈਮ ਬਿਜ਼ੀ ਹੁੰਦਾ ਜਾਂ ਬਿਜ਼ੀ ਨਾ ਹੋਵੇ, ਤਾਂ ਮੈਨੂੰ ਲੱਗਦਾ ਉੱਥੇ ਇਹ ਚੀਜ਼ਾਂ ਬਹੁਤ ਕੰਮ ਆਉਂਦੀਆਂ। ਔਰ ਸਾਡੀ ਡਿਊਟੀ ਲੱਗੀ ਹੋਈ ਹੈ ਜਿੱਦਾਂ ਸਾਰਿਆਂ ਦੀ ਇੱਕ ਇੰਡਸਟਰੀ ਹੁੰਦੀ ਹੈ, ਜਿੱਦਾਂ ਤੁਹਾਡੀ ਪੱਤਰਕਾਰ ਕਰੀ ਹੈ,
ਤੁਸੀਂ ਆਪਣੀ ਆਪਣੀ ਡਿਊਟੀ ਨਿਭਾ ਰਹੇ ਹੋ। ਇਸੇ ਤਰ੍ਹਾਂ ਸਾਡੀ ਇੱਕ ਮਿਊਜ਼ਿਕ ਔਰ ਫਿਲਮ ਇੰਡਸਟਰੀ ਦੀ ਹਰ ਬੰਦੇ ਦੀ ਡਿਊਟੀ ਲੱਗੀ ਆ। ਭਾਜੀ ਦੇਖਦੇ ਆ ਔਰ ਭਾਜੀ ਡਾਇਰੈਕਟਰ ਕੁੱਕੀ ਭਾਜੀ ਵੀ ਮਤਲਬ ਸਾਰਾ ਕੁਛ ਹੀ ਕਰਦੇ ਆ। ਔਰ ਉਸੇ ਤਰ੍ਹਾਂ ਭਾਜੀ ਦੇ ਹੱਥ ਭਾਜੀ ਦੇ ਹਿੱਸੇ ਇਹ ਚੀਜ਼ ਆਈ ਆ ਔਰ ਮੈਂ ਸਮਝਦਾ ਕਿ ਇਹਨਾਂ ਦੇ ਹਿੱਸੇ ਇਹ ਚੀਜ਼ ਆਈ ਹੈ ਕਿ ਜੋ ਇਹਨਾਂ ਨੇ ਮਿਹਨਤ ਕੀਤੀ ਆ। ਹੋਰ ਵੀ ਬਹੁਤ ਲੋਕਾਂ ਨੇ ਕੰਮ ਕੀਤਾ ਪਰ ਜੋ ਭਾਜੀ ਨੇ ਇਹ ਬਾਲੀਵੁੱਡ ਡਾਇਰੈਕਟਰੀ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਪੰਜਾਬੀ ਬੋਲੀ ਦੇ ਵਿੱਚ, ਪੰਜਾਬੀ ਇੰਡਸਟਰੀ ਦੇ ਵਿੱਚ, ਮੈਂ ਭਾਜੀ ਨੂੰ ਵਧਾਈ ਦਿੰਦਾ ਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਔਰ ਇਹ ਇਹਨਾਂ ਦੇ ਨਾਮ ਤੇ ਲਿਖੀ ਗਈ ਆ। ਇਹਨਾਂ ਦਾ ਨਾਮ ਇਸ ਚੀਜ਼ ਦੇ ਨਾਲ ਜੁੜ ਚੁੱਕਿਆ ਹੈ ਤੇ ਭਾਜੀ ਇਸੇ ਤਰ੍ਹਾਂ ਲੱਗੇ ਰਹਿਣ। ਇਹਨਾਂ ਦੀ ਫੈਮਿਲੀ ਭਾਬੀ ਜੀ ਉਹਨਾਂ ਦਾ ਵੀ ਬਹੁਤ ਸਾਥ ਆ ਤੇ ਇਹਨਾਂ ਦੀ ਗੁੜੀਆ ਉਹ ਵੀ ਮੈਂ ਸਮਝਦਾ ਕਿ ਸਾਥ ਹੀ ਜਦੋਂ ਕੋਈ ਬੰਦਾ ਕੰਮ ਕਰਦਾ ਤਾਂ ਇੱਕ ਪਰਿਵਾਰ ਦਾ ਸਾਥ ਹੁੰਦਾ। ਸੋ ਲੋਕਡਾਊਨ ਦੇ ਵਿੱਚ ਭਾਜੀ ਨੇ ਜਿਹੜੀ ਮਿਹਨਤ ਕੀਤੀ ਉਹ ਮਿਹਨਤ ਰੰਗ ਲਿਆਈ ਹੈ ਤੇ ਅਰਦਾਸ ਕਰਾਂਗੇ ਕਿ ਜਿਹੜੀ ਡਾਇਰੈਕਟਰੀ ਆ ਇਸੇ ਤਰ੍ਹਾਂ ਸਲਾਹਬੱਧੀ ਚੱਲਦੀ ਰਹੇ ਔਰ ਸਾਨੂੰ ਜਿਹੜੀ ਆ ਕਿ ਇਹ ਨੌਲੇਜ ਔਰ ਜਿੱਦਾਂ ਭਾਜੀ ਨੇ ਦੱਸਿਆ ਕਿ ਸਿਨੇਮਾ ਕਦੋਂ ਸ਼ੁਰੂ ਹੋਇਆ, ਕਦੋਂ ਪਹਿਲੀ ਫਿਲਮ ਆਈ, ਉਹ ਸਾਡੀਆਂ ਜ਼ਿਹਨ 'ਚੋਂ ਚੀਜ਼ਾਂ ਨਹੀਂ ਆ ਔਰ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਤੱਕ ਉਹ ਚੀਜ਼ਾਂ ਪਹੁੰਚ ਚੁੱਕੀਆਂ। ਭਾਜੀ ਨੂੰ ਔਰ ਭਾਜੀ ਦੀ ਫੈਮਿਲੀ ਨੂੰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ। ਥੈਂਕ ਯੂ। ਇੱਕ ਮਿੰਟ ਦੇ ਲਈ ਮੈਂ ਚਾਹਾਂਗਾ ਕਿ ਤੁਸੀਂ ਉਸ ਸ਼ਖਸੀਅਤ ਨੂੰ ਵੀ ਮਿਲੋ ਜਿਹਦਾ ਡਾਇਰੈਕਟਰੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰ ਕਿਤੇ ਜ਼ਿਕਰ ਨਹੀਂ ਹੈ। ਗੁਰਿੰਦਰ ਗੋਲਡੀ ਸਬਨ ਦੀ ਵਾਈਫ ਜਿਸਨੇ ਦਿਨ ਰਾਤ ਜਾ ਕੇ ਨਾਲ ਕੰਮ ਕੀਤਾ ਔਰ ਪਤਾ ਨਹੀਂ ਕੁਰਸੀ ਕਿਉਂ ਨਹੀਂ ਲਵਾਈ। ਫਿਲਮ ਇੰਡਸਟਰੀ 'ਚ ਇਹ ਵੀ ਰਿਵਾਜ ਹੈ ਕਿ ਬਹੁਤੇ ਬੰਦੇ ਆਪਣੇ ਆਪ ਨੂੰ ਮੈਰਿਟ ਸ਼ੋਅ ਹੀ ਨਹੀਂ ਕਰਨਾ ਚਾਹੁੰਦੇ, ਪਤਾ ਨਹੀਂ ਕਿਉਂ। ਇਸ ਤੋਂ ਬਾਅਦ ਤੁਹਾਡਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਹੁੰਦਾ ਹੈ। ਤੁਸੀਂ ਡਾਇਰੈਕਟਰੀ ਬਾਰੇ ਕੋਈ ਵੀ ਸਵਾਲ ਹੈ ਸਬਨ ਮਨਚੰਦਰ ਨੂੰ ਕਰ ਸਕਦੇ ਹੋ। ਬਾਕੀ ਹੋਰ ਕਿਸੇ ਵੀ ਵਿਸ਼ੇ ਉੱਪਰ ਗੁਰਪ੍ਰੀਤ ਘੁੱਗੀ ਜੀ ਨੂੰ ਔਰ ਰਣਜੀਤ ਬਾਵਾ ਜੀ ਨੂੰ ਫੜ ਸਕਦੇ ਹੋ। ਇਹ ਕੰਟਰੋਵਰਸ਼ੀਅਲ ਸਵਾਲਾਂ ਦੇ ਜਵਾਬ ਦੇ ਕੇ ਖੁਸ਼ੀ ਮਿਲਦੀ ਹੈ। ਬਾਲੀਵੁੱਡ ਤੇ ਬਿਲਕੁਲ ਵੱਖਰਾ ਹੈ ਹਾਲੀਵੁੱਡ ਤੇ ਇੱਕ ਮਿੰਟ ਮੈਨੂੰ ਗੁਰਿੰਦਰ ਦੇ ਲਈ ਪਲੀਜ਼ ਕਲੈਪਿੰਗ ਇਹਦਾ ਬਹੁਤ ਬੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਸਾਰੇ ਪ੍ਰੈਸ ਟੀਮ ਦਾ ਔਰ ਮੇਰੇ ਡੈਲੀਗੇਟਸ ਸਾਡਾ ਇਸ 'ਚ ਬੈਠੇ ਨੇ। ਬਹੁਤ ਅੱਛਾ ਫੀਲ ਹੁੰਦਾ ਹੈ ਜਦੋਂ ਤੁਸੀਂ ਇੱਕ ਇੰਡਸਟਰੀ ਦੇ ਵਿੱਚ ਜੁੜਦੇ ਹੋ। ਮੈਂ ਤਾਂ ਵੀ ਆਰ ਜਸਟ ਅ ਵੈਰੀ ਨਿਊ ਕਮਰ, 1 ਸਾਲ ਹੋਇਆ ਸਾਨੂੰ ਤੇ ਇੰਨਾ ਕੁ ਅੱਛਾ ਫੀਲ ਹੋਇਆ ਕਿ ਜਦੋਂ ਸੋਚਿਆ ਇਸ ਇੰਡਸਟਰੀ 'ਚ ਆਉਣ ਬਾਰੇ। ਮੈਂ ਬਾਈ ਪ੍ਰੋਫੈਸ਼ਨ ਥਰਮਲ ਡਿਜ਼ਾਈਨਰ ਹਾਂ ਪਰ ਸੋਚਿਆ ਸੀਗਾ ਕਿ ਸਾਡੀ ਜਿਹੜੀ ਇੰਡਸਟਰੀ ਜਿੱਥੇ ਆਪਾਂ ਰਹਿੰਦੇ ਹਾਂ, ਪੰਜਾਬ ਜਿਹਨੂੰ ਕਹਿੰਦੇ ਹਾਂ, ਇਹ ਲੈਂਡ ਲੌਕਡ ਹੈ। ਇਹਦੇ ਵਿੱਚ ਸਾਡੇ ਕੋਲ ਜਿਹੜਾ ਰਿਸੋਰਸ ਹੈਗਾ ਸਿਰਫ ਯੂਥ ਹੈ ਔਰ ਯੂਥ ਨੂੰ ਐਮਪਲੋਇਮੈਂਟ ਕਿਵੇਂ ਅਸੀਂ ਵਧਾ ਸਕਦੇ ਹਾਂ। ਸੋ ਬੀਇੰਗ ਐਨ ਐਂਟਰਪ੍ਰੈਨਿਓਰ ਮੇਰਾ ਇਹ ਇੱਕ ਹਮੇਸ਼ਾ ਰਹਿੰਦਾ ਸਾਡੇ ਲੋਕਾਂ ਦਾ ਕੋਈ ਨਾ ਕੋਈ ਸੋਚਦਾ ਹੈ ਕਿ ਐਮਪਲੋਇਮੈਂਟ ਹੋਰ ਜਨਰੇਟ ਕਰਾਂਗੇ ਤਾਂ ਹੀ ਕੰਮ ਅੱਗੇ ਹੋਏਗਾ ਕੁਛ ਨਾ ਕੁਛ। ਸੋ ਇੱਕ ਚੀਜ਼ ਹੈ ਇਹ ਦੇਖਿਆ ਜਦੋਂ ਕਿ ਯਾਰ ਇੰਡਸਟਰੀ ਫਿਲਮ ਇੰਡਸਟਰੀ ਹੈਗੀ ਜਿਹੜੀ ਗਰੋ ਕਰ ਸਕਦੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਇਤਿਹਾਸ ਰਿਹਾ ਹੈ ਸ਼ੁਰੂ ਤੋਂ ਉਹ ਇੰਨਾ ਕਿ ਰਿਚ ਰਿਹਾ ਹੈ। ਇਤਿਹਾਸ ਕਹਿਣਾ ਮੈਂ ਹੈਰੀਟੇਜ ਕਹਾਂਗਾ, ਕਲਚਰ ਕਹਾਂਗਾ ਪੰਜਾਬ ਦਾ ਇੰਨਾ ਕਿ ਰਿਚ ਰਿਹਾ ਜਿਹਦੇ ਬਹੁਤ ਵੱਡੇ ਆਰਟਿਸਟ ਦਿੱਤੇ ਨੇ ਵਰਲਡ ਵਾਈਡ। ਸੋ ਵਾਈ ਨਾਟ ਇਨ ਪੰਜਾਬ ਦਾ। ਸੋ ਦੈਨ ਅਗੇਨ ਇੱਕ ਛੋਟਾ ਜਿਹਾ ਟੈਸਟ ਸੈਂਪਲ ਹੀ ਸ਼ੁਰੂ ਕੀਤਾ, ਚੱਲ ਇੱਕ ਸਟੂਡੀਓ ਸ਼ੁਰੂ ਕਰਦੇ ਹਾਂ। ਫਿਰ ਇੱਕ ਟੈਕਨੀਕਲ ਪਾਰਟਨਰ ਲਿਆ ਨਾਲ ਇੱਕ ਅੱਛੀ ਫਿਲਮ ਸਿਟੀ ਨੂੰ ਤੇ ਹੁਣ ਉਹਦਾ ਸਾਰੇ ਅਪਰੂਵਲਸ ਫਸਟ ਫਿਲਮ ਸਿਟੀ ਆਫ ਨਾਰਥ ਇੰਡੀਆ ਜਿਹੜੀ ਹੈਗੀ ਕਹਿ ਸਕਦੇ ਹਾਂ ਫਿਲਮ ਸਟੂਡੀਓ ਇਹ ਬਣਨਾ ਜਾ ਰਿਹਾ ਹੈਗਾ। ਸ਼ੂਟਿੰਗਸ ਆਲਰੇਡੀ ਅਸੀਂ ਕਰ ਰਹੇ ਹੈਗੇ ਹਾਂ, ਚੱਲ ਰਹੀਆਂ ਨੇ। ਦਿਨ 'ਚ ਕਰੀਬ 4-5 ਡੇਲੀ ਸ਼ੂਟ ਚੱਲਦੇ ਨੇ ਸਟੂਡੀਓਜ਼ ਦੇ ਵਿੱਚ। ਸੋ ਅਜੇ ਜਿਹੜਾ ਫਿਲਮ ਸਿਟੀ ਦਾ ਹੈਗਾ ਪ੍ਰੋਜੈਕਟ ਇਹ ਨੈਕਸਟ ਮੰਥ ਆਨਵਰਡਸ ਕੰਸਟਰਕਸ਼ਨ ਸ਼ੁਰੂ ਹੋ ਜਾਏਗੀ। ਇਹਦੇ ਜਿਹੜੇ ਫਰਦਰ ਇਹਦੇ ਵਿੱਚ ਹੋਰ ਟੈਕਨੀਕਲ ਰਿਕੁਆਇਰਮੈਂਟਸ ਆਉਂਦੀਆਂ ਨੇ ਚੀਜ਼ਾਂ। ਮੈਂ ਸਾਰਿਆਂ ਦਾ ਵੈਲਕਮ ਕਰਾਂਗਾ। ਸਾਰੇ ਲੋਕ ਆਓ ਦੇਖੋ ਨਵੀਂ ਚੀਜ਼ ਆ ਰਹੀ ਪੰਜਾਬ ਦੇ ਵਿੱਚ ਤੇ ਬਾਲੀਵੁੱਡ ਡਾਇਰੈਕਟਰੀ ਨਾਲ ਜੁੜ ਕੇ ਬਹੁਤ ਅੱਛਾ ਫੀਲ ਹੁੰਦਾ ਕਿਉਂਕਿ ਜਦੋਂ ਤੁਸੀਂ ਇੰਡਸਟਰੀ ਨਾਲ ਜੁੜਦੇ ਹੋ। ਮੈਂ ਵੀ ਇੱਦਾਂ ਹੀ ਜਦੋਂ ਇੱਕ ਸਿਵਿਲੀਅਨ ਹੁੰਦਾ ਨਾ ਬਾਹਰ ਬੈਠਾ ਤੇ ਫੌਜੀ ਨੂੰ ਦੇਖਦਾ ਹੁੰਦਾ ਤੇ ਮੈਂ ਸਤਾਰਿਆਂ ਨੂੰ ਦੇਖਦਾ ਹੁੰਦਾ ਸੀਗਾ। ਘੁੱਗੀ ਭਾਜੀ ਬੈਠੇ ਨੇ ਔਰ ਭਜਨ ਮਾਨ ਸਾਹਿਬ ਬੈਠੇ ਨੇ, ਛੋਟੇ ਛੋਟੇ ਹੁੰਦੇ ਸੀ ਲੋਕ। ਜਦੋਂ ਨਾਲ ਬੈਠੇ ਤਾਂ ਹੁਣ ਅਲੱਗ ਫੀਲ ਆਉਂਦੀ ਹੈ ਕਿ ਯਾਰ ਨਹੀਂ ਇੰਡਸਟਰੀ ਇੱਦਾਂ ਕੰਮ ਕਰਦੀ ਹੈ। ਬੜਾ ਜਾਨ ਲੱਗਦੀ ਹੈ ਨਾ ਲੋਕਾਂ ਨੂੰ ਜੋ ਦੇਖਦੇ ਹਾਂ ਅਸੀਂ ਟੀਵੀ ਦੇ ਵਿੱਚ। ਬੜਾ ਸੌਖਾ ਲੱਗਦਾ ਕਿ ਯਾਰ ਇਹ ਤਾਂ ਕੁਛ ਕਰਦੇ ਨਹੀਂ ਹੈਗੇ, ਇਹ ਤਾਂ ਬਸ ਸੌਖਾ ਜਿਹਾ ਕੰਮ ਹੈ। ਪਰ ਜਦੋਂ ਅਸਲ 'ਚ ਹੁਣ ਉੱਥੇ ਟੈਕਨੀਕਲ ਫੀਲਡ ਦੇ ਉੱਪਰ ਦੇਖਦੇ ਹਾਂ ਅਸੀਂ ਕੰਮ ਕਿਵੇਂ ਹੁੰਦਾ ਹੈ, ਉਹ ਬਹੁਤ ਜ਼ਿਆਦਾ ਜਾਨ ਲੱਗਦੀ ਹੈ। ਅਥਰਕ ਮਿਹਨਤ 24 ਆਵਰ ਇਹ ਲੋਕ ਕੰਮ ਕਰਦੇ ਨੇ। ਇਹ ਆਪਾਂ ਕਈ ਵਾਰ ਦੇਖਦੇ ਕਿ ਯਾਰ ਲੇਟ ਹੋ ਗਿਆ ਆ ਰਹੇ ਜਾ ਰਹੇ ਨੇ, ਪੋਸੀਬਲ ਹੀ ਨਹੀਂ ਹੈਗਾ ਲੋਕਾਂ ਦੀ ਲਾਈਫ ਹੀ ਪੋਸੀਬਲ ਨਹੀਂ ਹੈ। ਸਰਪੰਚ ਜੀ ਨੂੰ ਮੈਂ ਮੁਬਾਰਕਬਾਦ ਦਿੰਦਾ ਇਹਦਾ ਬਹੁਤ ਬਹੁਤ। ਔਰ ਸਰਪੰਚ ਜੀ ਥੈਂਕ ਯੂ ਸਾਨੂੰ ਇਹ ਨਾਲ ਪਾਰਟਨਰ ਬਣਾਉਣ ਲਈ, ਇੱਕ ਆਪਣੇ ਵਿੱਚ ਲੈ ਕੇ ਆਉਣ ਲਈ ਬਾਲੀਵੁੱਡ ਦੇ ਵਿੱਚ ਡਾਇਰੈਕਟਰੀ ਦੇ ਵਿੱਚ। ਤੇ ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ। ਲਓ ਜੀ।
Thank you ਜੀ। ਚੰਗਾ ਸਾਥੀ ਵੀ ਅੱਗੇ ਗਏ ਨੇ ਸਾਡੇ ਵਿੱਚ ਮਾਣ ਦੀ ਗੱਲ ਹੈਗੀ ਹੈ ਪਰ Thank ਇਸ you ਵੇਲੇ ਜੀ। ਜੋ ਮੁੱਦਾ ਹੈਗਾ ਅੱਜ ਜਿਵੇਂ ਸਵੇਰੇ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਹਾ ਗਿਆ ਗਣਤੰਤਰ ਦਿਵਸ ਤੇ ਜੋ ਕੁਝ ਹੋਇਆ ਹੈ ਨਾ ਉਸ ਤੇ ਗੱਲਬਾਤ ਕਰਾਂਗੇ ਆਪਾਂ ਮੈਂ ਰਣਜੀਤ ਬਾਵੇ ਨੂੰ ਪੁੱਛਣਾ ਚਾਹਾਂਗੀ ਜਿੱਥੇ ਹਾਲੀਵੁੱਡ ਤੇ ਪੰਜਾਬੀ ਇੰਡਸਟਰੀ ਕਿਸਾਨਾਂ ਨਾਲ ਖੜੀ ਹੈ ਬਾਲੀਵੁੱਡ ਅਲੱਗ ਕਹਿ ਰਿਹਾ ਕਿ ਪ੍ਰੋਪੋਗੈਂਡਾ ਹੈ ਇਸ ਉੱਤੇ ਕੀ ਕਹੋਗੇ ਭਾਜੀ ਇਹਦੇ ਮਸਲੇ ਨਹੀਂ, ਤੁਹਾਨੂੰ ਪੁੱਛਿਆ ਜੀ ਉਹਨਾਂ ਨੇ। ਕਿ ਭਾਜੀ ਬਾਲੀਵੁੱਡ ਚ ਸਭ ਨੂੰ ਜਾਣਦੇ ਆ ਮੈਂ ਤਾਂ ਅਜੇ ਬਹੁਤ ਛੋਟਾ ਹਾਂ ਭਾਜੀ ਸਵਾਲ ਤੁਹਾਨੂੰ ਸੀ ਰਣਜੀਤ ਜੀ। ਐਨੀਵੇਜ਼ ਇਹ ਸਾਰੇ ਨਾ ਜੀ ਜਿੱਦਾਂ ਅਸੀਂ ਐਕਟਰ ਹਾਂ ਇਦਾਂ ਹੀ ਲਾਈਫ ਵਿੱਚ ਵੀ ਅਸੀਂ ਆਪਣਾ ਆਪਣਾ ਰੋਲ ਪਲੇ ਕਰਦੇ ਹਾਂ ਜੀ। ਸੋ ਇਸ ਵੇਲੇ ਹਰ ਕੋਈ ਆਪਣਾ ਆਪਣਾ ਰੋਲ ਪਲੇ ਕਰ ਰਿਹਾ। ਇਹ ਸਮਾਂ ਡਿਸਾਈਡ ਕਰੇਗਾ ਕਿੰਨੇ ਨੈਗੇਟਿਵ ਰੋਲ ਪਲੇ ਕੀਤਾ ਸੀ ਕਿੰਨੇ ਪੋਜ਼ਿਟਿਵ ਰੋਲ ਪਲੇ ਕੀਤਾ ਸੀ। ਇਹ ਜਦੋਂ ਫਿਲਮ ਦੇਖ ਕੇ ਲੋਕ ਬਾਹਰ ਨਿਕਲਣਗੇ ਉਹ ਡਿਸਾਈਡ ਕਰਨਗੇ ਕੌਣ ਹੀਰੋ ਸੀ ਕੌਣ ਫਿਲਮ ਦੇ ਨਾਇਕ ਸੀ ਕੌਣ ਖਲਨਾਇਕ ਸੀ। ਪਰ ਇਸ ਵੇਲੇ ਮੈਨੂੰ ਲੱਗਦਾ ਬਹੁਤ ਸੰਘਰਸ਼ ਦਾ ਸਮਾਂ ਬੜਾ ਸਮਾਂ ਖਰਾਬ ਚੱਲ ਰਿਹਾ ਕਿਉਂਕਿ ਮੇਰੀ ਹਮਦਰਦੀ ਉਹਨਾਂ ਲੋਕਾਂ ਨਾਲ ਹੈ ਜਿਹੜੀਆਂ 250 ਤੋਂ ਜ਼ਿਆਦਾ ਲਾਸ਼ਾਂ ਘਰਾਂ 'ਚ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਇੱਕ ਇੱਕ ਚਿਰਾਗ ਵੀ ਬੁਝ ਗਏ ਨੇ। ਸਾਡੀ ਤਾਂ ਬਾਏ ਡਿਫਾਲਟ ਉਹਨਾਂ ਦੇ ਨਾਲ ਹਮਦਰਦੀ ਹੈ ਔਰ ਇਸ ਸੰਘਰਸ਼ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਆਪਣੇ ਸੰਘਰਸ਼ ਦੇ ਰਾਹ 'ਤੇ ਤੁਰ ਰਹੇ ਨੇ। ਸੋ ਮੈਂ ਇਸ ਵੇਲੇ ਬਾਲੀਵੁੱਡ ਨੇ ਕੀ ਰੋਲ ਪਲੇ ਕੀਤਾ ਹੈ ਕ੍ਰਿਕਟਰਸ ਨੇ ਕੀ ਰੋਲ ਪਲੇ ਕੀਤਾ ਹੈ ਜਾਂ ਹਾਲੀਵੁੱਡ ਕੀ ਰੋਲ ਪਲੇ ਕਰ ਰਿਹਾ ਇਹ ਸਾਨੂੰ ਸਾਰਿਆਂ ਨੂੰ ਪਤਾ। ਇਹਦੇ 'ਤੇ ਕਿਸੇ ਸਿੰਗਲ ਬੰਦੇ ਤੋਂ ਕਮੈਂਟ ਲੈ ਕੇ ਇਹਨੂੰ ਕੰਟਰੋਵਰਸ਼ੀਅਲ ਨਹੀਂ ਕਰਨਾ ਚਾਹੀਦਾ। ਸਾਡੀ ਆਤਮਾ ਨੂੰ ਸਾਰਿਆਂ ਨੂੰ ਪਤਾ ਹੈ ਕਿੰਨੇ ਕਿੰਨੇ ਕਿਹੜਾ ਰੋਲ ਇਹਦੇ 'ਚ ਪਲੇ ਕੀਤਾ ਕੌਣ ਕੌਣ ਕੀ ਕਰ ਰਿਹਾ ਜੀ। ਗੁਰਪ੍ਰੀਤ ਜੀ ਇੱਕ ਸਵਾਲ ਸੀਗਾ ਸਰ ਸਰ ਜਿਵੇਂ ਹੁਣ ਗਾਣੇ ਡਿਲੀਟ ਕੀਤੇ ਜਾ ਰਹੇ ਨੇ ਜਾਂ ਟਵਿੱਟਰ ਅਕਾਊਂਟਸ ਡਿਲੀਟ ਕੀਤੇ ਜਾ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਸਰਕਾਰ ਹੁਣ ਸੋਸ਼ਲ ਮੀਡੀਆ ਤੋਂ ਜਾਂ ਗਾਣਿਆਂ ਤੋਂ ਵੀ ਡਰਨ ਲੱਗ ਗਈ। ਦੇਖੋ ਅਸੀਂ ਆਏ ਤਾਂ ਵੈਸੇ ਡਾਇਰੈਕਟਰੀ ਦੇ ਰਿਲੀਜ਼ ਵਾਸਤੇ ਹਾਂ ਇੱਥੇ ਉਹ ਮੁੱਦਾ ਅਲੱਗ ਹੈ ਨਾ ਮੇਰੇ ਖਿਆਲ ਨਾਲ। ਪਰ ਇਹ ਹੈ ਜੀ ਕਿ ਜਿਹੜੀ ਚੀਜ਼ ਗਲਤ ਹੈ ਜਿਹੜੀ ਚੀਜ਼ ਕਿਸੇ ਦੇ ਲੋਕਤਾਂਤਰਿਕ ਡੈਮੋਕ੍ਰੈਟਿਕ ਰਾਈਟ ਦੇ ਉੱਤੇ ਹਮਲਾ ਕਰਦੀ ਹੈ ਉਹ ਚੀਜ਼ ਗਲਤ ਹੈ। ਚਾਹੇ ਕੋਈ ਵੀ ਕਰਦਾ ਕਿਸੇ ਦੇ ਡੈਮੋਕ੍ਰੈਟਿਕ ਰਾਈਟ ਨੂੰ ਖਤਮ ਕਰਨਾ ਮੇਰੇ ਖਿਆਲ ਨਾਲ ਕਿਤੇ ਵੀ ਐਪਰੀਸ਼ੀਏਟ ਨਹੀਂ ਹੋਏਗਾ। ਦੁਨੀਆ ਦੇ ਕਿਸੇ ਕੋਨੇ 'ਚ ਲੋਕ ਇਹਨੂੰ ਐਪਰੀਸ਼ੀਏਟ ਨਹੀਂ ਕਰਨਗੇ ਜੀ। ਮੈਂ ਦੱਸਦਾ ਭਾਜੀ ਇਹ 432 ਪੇਜ ਦੀ ਡਾਇਰੈਕਟਰੀ ਆ ਜਿਹਦੇ ਚ ਐਕਟਰ ਡਾਇਰੈਕਟਰ ਪ੍ਰੋਡਿਊਸਰ ਕਾਸਟਿਊਮ ਡਿਜ਼ਾਈਨਰ ਸਾਊਂਡ ਰਿਕਾਰਡਿਸਟ ਤੋਂ ਸਪੌਟ ਬॉय ਤੋਂ ਲੈ ਕੇ ਮਤਲਬ ਕਿ ਸਿਨੇਮੇ ਨਾਲ ਸੰਗੀਤ ਨਾਲ ਫੈਸ਼ਨ ਨਾਲ ਥੀਏਟਰ ਨਾਲ ਰਿਲੇਟਡ ਜਿੰਨੇ ਵੀ ਲੋਕ ਇਹਦੇ 'ਚ ਕੰਮ ਕਰਦੇ ਆ। ਔਰ ਇੱਕ ਚੀਜ਼ ਦੱਸਦਾ ਵੀ ਇਹ ਕੋਈ ਨੰਬਰ ਪਾਉਣ ਦਾ ਜਾਂ ਕੋਈ ਇਹ ਬਿਜ਼ਨਸ ਪਰਪਸ ਨਹੀਂ ਬਣਾਈ ਜਾਂਦੀ ਫ੍ਰੀ ਆਫ ਕਾਸਟ ਹੀ ਜਾਂਦੀ ਆ ਤੇ ਫ੍ਰੀ ਆਫ ਕਾਸਟ ਹੀ ਜਿਹੜਾ ਬੰਦਾ ਘੱਟੋ ਘੱਟ ਕੰਮ ਕਰ ਰਿਹਾ ਸੀ ਉਹਦੀ ਡਿਟੇਲ ਇਹਦੇ 'ਚ ਐਡ ਕਰਦੇ ਆ। ਜਿਹੜੀ ਇਸ ਵਾਰੀ ਦੀ ਡਾਇਰੈਕਟਰੀ ਆ ਅਸੀਂ ਜਦੋਂ ਅਸੀਂ ਇਹਦੇ 'ਚ ਡਾਟਾ ਕਲੈਕਟ ਪਾਉਣੇ ਆ ਅਸੀਂ 2 ਸਾਲ ਦਾ ਕੰਮ ਦੇਖਦੇ ਵੀ ਜਿਹੜੇ ਬੰਦੇ 2 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਉਹਦਾ ਹਿੱਸਾ ਰਹਿੰਦੇ ਨੇ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਅਸੀਂ ਬਾਹਰ ਕਰ ਦਿੰਦੇ ਜਿਹੜੇ ਨਵੇਂ ਕਰ ਰਹੇ ਉਹ ਇਹਦੇ 'ਚ ਐਡ ਹੋ ਜਾਂਦੇ ਨੇ। ਇਸ ਵਾਰੀ ਨਵਾਂ ਇਹਦੇ 'ਚ ਕੀ ਹੈਗਾ 1932 ਦੇ ਵਿੱਚ ਪਹਿਲੀ ਪੰਜਾਬੀ ਫਿਲਮ ਆਈ 35 ਦੇ ਵਿੱਚ ਪਹਿਲੀ ਪੰਜਾਬੀ ਫਿਲਮ ਆਈ ਸੀ। ਉਸ ਫਿਲਮ ਤੋਂ ਲੈ ਕੇ 2020 ਤੱਕ ਲਾਕਡਾਊਨ ਤੱਕ ਜਿੰਨੀਆਂ ਫਿਲਮਾਂ ਆਈਆਂ ਤੁਹਾਨੂੰ ਹਰ ਫਿਲਮ ਦੀ ਇਹਦੇ 'ਚ ਜਾਣਕਾਰੀ ਮਿਲੂਗੀ ਵਿਦ ਪੋਸਟਰ। ਔਰ ਗੂਗਲ 'ਤੇ 70% ਜਿਹੜੀ ਫਿਲਮਾਂ ਦੀ ਜਾਣਕਾਰੀ ਉਹ ਗਲਤ ਪਈ ਆ। ਸਾਡੇ ਕੋਲ ਵਿਦ ਪ੍ਰੂਫ ਨੇ ਸਾਡੇ ਕੋਲ ਡਾਕੂਮੈਂਟ ਨੇ। ਇੱਕ ਸਾਡੇ ਬਹੁਤ ਸਤਿਕਾਰਤ ਭਾਈ ਨੇ ਉਹਨਾਂ ਦੀ ਬੁੱਕ ਰਿਲੀਜ਼ ਕੀਤੀ ਸ਼੍ਰੀ ਭੀਮਰਾਜ ਗਰਗ ਜੀ। ਇਹ ਸਾਰਾ ਡਾਟਾ ਅਸੀਂ ਵਿੱਚ ਵੀ ਉਹਨਾਂ ਦਾ ਵੇਰਵਾ ਲਾਇਆ। ਉਹਨਾਂ ਦੀ ਇੱਕ ਕਿਤਾਬ ਆਈ ਸੀ ਪੰਜਾਬੀ ਸਿਨੇਮੇ ਦਾ ਸਚਿੱਤਰ ਇਤਿਹਾਸ ਉਹ 1935 ਤੋਂ ਲੈ ਕੇ 85 ਤੱਕ ਸੀ। ਅਸੀਂ ਉਹਨੂੰ ਵੀ ਇਹਦੇ 'ਚ ਕੰਟੀਨਿਊ ਕੀਤਾ 2020 ਤੱਕ ਉਹਨਾਂ ਦੇ ਨਾਮ 'ਤੇ ਹੀ ਇਹਦੇ ਵਿੱਚ ਅਸੀਂ ਕੰਟੀਨਿਊ ਕਿਉਂਕਿ ਸਾਡੀ ਟੀਮ ਦਾ ਹਿੱਸਾ ਨੇ ਉਹ। ਉਸ ਤੋਂ ਇਲਾਵਾ ਫਿਲਮਾਂ ਬਣਦੀਆਂ ਕਿਵੇਂ ਨੇ ਵੀ ਕਿੱਥੋਂ ਕੰਮ ਸ਼ੁਰੂ ਹੁੰਦਾ ਪ੍ਰੀ ਪ੍ਰੋਡਕਸ਼ਨ ਤੋਂ ਲੈ ਕੇ ਪੋਸਟ ਪ੍ਰੋਡਕਸ਼ਨ ਤੱਕ ਕਿਹੜੇ ਕਿਹੜੇ ਡਿਪਾਰਟਮੈਂਟ 'ਚ ਜੁੜਦੇ ਨੇ ਤੇ ਕਿਹੜੇ ਡਿਪਾਰਟਮੈਂਟ ਦੀ ਕੀ ਜ਼ਿੰਮੇਵਾਰੀ ਹੁੰਦੀ ਆ। ਇੱਦਾਂ ਹੀ ਫਿਲਮ ਮੇਕਿੰਗ ਕਿਵੇਂ ਹੁੰਦੀ ਬਜਟ ਕੀ ਹੁੰਦਾ ਵੀ ਫਿਲਮ 'ਚ ਪੈਸੇ ਕਿੱਥੇ ਕਿੱਥੇ ਖਰਚ ਹੁੰਦੇ ਨੇ ਇਕੱਲੇ ਹੀਰੋ ਹੀਰੋਇਨ ਜਾਂ ਐਕਟਰ ਹੀ ਪੈਸੇ ਨਹੀਂ ਲੈਂਦੇ ਹੋਰ ਕਿੱਥੇ ਕਿੱਥੇ ਪੈਸੇ ਲੱਗਦੇ ਨੇ ਇਹ ਤੁਸੀਂ ਇਹਦੇ 'ਚ ਦੇਖ ਸਕਦੇ ਹੋ। ਉਸ ਤੋਂ ਇਲਾਵਾ ਨਾਰਥ ਇੰਡੀਆ 'ਚ ਕਿੰਨੇ ਮਲਟੀ ਔਰ ਕਿਹੜੀ ਕਿਹੜੀ ਜਗ੍ਹਾ 'ਤੇ ਨੇ ਪਲੱਸ ਸਿੰਗਲ ਸਕਰੀਨਾਂ ਸਿਨੇਮੇ ਕਿੱਥੇ ਨੇ। ਘੱਟੋ ਘੱਟ ਜਦੋਂ ਪ੍ਰੋਡਿਊਸਰ ਆਪਣੀ ਫਿਲਮ ਰਿਲੀਜ਼ ਕਰ ਰਿਹਾ ਹੁੰਦਾ ਉਹਨੂੰ ਪਤਾ ਹੋਵੇ ਵੀ ਉਹਦੀ ਫਿਲਮ ਕਿੱਥੇ ਕਿੱਥੇ ਲੱਗ ਰਹੀ ਆ ਔਰ ਕਿਹੜੇ ਸ਼ਹਿਰ 'ਚ। ਕਈ ਵਾਰੀ ਕੀ ਹੁੰਦਾ 2 ਮਲਟੀਪਲੈਕਸ ਨਾਲੋਂ ਨਾਲ ਹੁੰਦੇ ਨੇ 5 ਕਿਲੋਮੀਟਰ ਦੇ ਦਾਇਰੇ 'ਚ ਪਰ ਉਹਨੂੰ ਡਿਸਟੈਂਸ ਫੀਸ ਦੋਨਾਂ ਦੀ ਪੇ ਕਰਨੀ ਪੈਂਦੀ ਆ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਦਾ ਵੀ ਇਸ ਏਰੀਏ 'ਚ ਕਿੱਥੇ ਕਿੱਥੇ ਸਿਨੇਮੇ ਨੇ। ਉਹ ਇਸ ਤਰੀਕੇ ਨਾਲ ਤਕਨੀਕ ਨਾਲ ਆਪਣੇ ਪੈਸੇ ਬਚਾ ਸਕਦਾ ਫਿਲਮ ਦੇ ਤਰੀਕੇ ਨਾਲ ਫਿਲਮ ਰਿਲੀਜ਼ ਕਰ ਸਕਦਾ। ਉਸ ਤੋਂ ਇਲਾਵਾ ਕਿਹੜੇ ਆਰਟਿਸਟ ਦਾ ਕਦੋਂ ਬਰਥਡੇ ਹੁੰਦਾ ਪੂਰੀ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਤੁਹਾਨੂੰ ਜਾਣਕਾਰੀ ਮਿਲੂਗੀ। ਫਿਰ ਨੈਸ਼ਨਲ ਅਵਾਰਡ ਫਿਲਮ ਨੈਸ਼ਨਲ ਅਵਾਰਡ ਜਿਹੜੇ ਸ਼ੁਰੂ ਹੋਏ ਸੀ ਕਦੋਂ ਹੋਏ ਸੀ ਪਹਿਲੀ ਪੰਜਾਬੀ ਫਿਲਮ ਨੂੰ ਕਦੋਂ ਨੈਸ਼ਨਲ ਅਵਾਰਡ ਮਿਲਿਆ ਸੀ ਲਾਸਟ ਕਿਹੜੀ ਨੂੰ ਮਿਲਿਆ ਸੀ। ਫਿਰ PTC ਦਾ ਪੂਰਾ ਇਹਦੇ 'ਚ ਵੇਰਵਾ ਜਿਹੜੇ 2 ਅਵਾਰਡ ਚੱਲਦੇ ਨੇ ਵਕਾਰੀ ਆਪਣੇ ਗਿਣੇ ਜਾਂਦੇ ਨੇ ਉਹ ਕਿਹੜੇ ਸਾਲ ਕਿਹਨੂੰ ਮਿਲਿਆ ਕਿਹੜੀ ਬੈਸਟ ਸਟੋਰੀ ਸੀ ਕਿਹੜਾ ਬੈਸਟ ਐਕਟਰ ਸੀ ਕਿਹੜਾ ਡਾਇਰੈਕਟਰ ਸੀ
ਇਹ ਸਾਰੀ ਜਾਣਕਾਰੀ ਤੁਹਾਨੂੰ ਇਹਦੇ ਵਿੱਚ ਮਿਲੂਗੀ। ਔਰ ਡਾਇਰੈਕਟਰੀ ਦੇ ਹਰ ਪੇਜ ਥੱਲੇ ਤੁਹਾਨੂੰ ਇੱਕ ਲਾਈਨ ਪੰਜਾਬੀ 'ਚ ਔਰ ਇੱਕ ਇੰਗਲਿਸ਼ 'ਚ ਮਿਲੂਗੀ, ਜਿਹੜੀ ਤੁਹਾਨੂੰ ਕਿਤੋਂ ਵੀ ਸਰਚ ਮਾਰਿਆ ਨਹੀਂ ਮਿਲੂਗੀ। ਉਹ ਲਾਈਨ ਤੁਹਾਨੂੰ ਪੰਜਾਬੀ ਸਿਨੇਮੇ ਬਾਰੇ, ਪੰਜਾਬੀ ਮਨੋਰੰਜਨ ਜਗਤ ਬਾਰੇ ਪੂਰੀ ਜਾਣਕਾਰੀ ਦੇਊਗੀ। ਬਾਬਾ ਜੀ ਥੋੜੇ ਅੱਗੇ ਨੂੰ ਆ ਰਹੀ ਹੋ, ਥੋੜੇ ਗੱਲ ਕਰਨੀ ਬੜਾ ਆ ਰਹੀ ਛਪੜੀ ਆ ਕਾਹਨੂੰ ਆਇਆ ਨਹੀਂ ਪਤਾ ਕੀ ਜੋ ਪੰਜਾਬੀ ਗਾਇਕ ਸੀ ਇਹਨਾਂ ਨੇ ਸਭ ਤੋਂ ਵੱਡਾ ਰੋਲ ਪਲੇ ਕੀਤਾ ਕਿਸਾਨੀ ਸੰਘਰਸ਼ ਦੇ ਵਿੱਚ। ਨੌਜਵਾਨਾਂ ਨੂੰ ਉੱਥੇ ਲੈ ਕੇ ਗਏ ਨੇ ਕਿਉਂਕਿ ਉਹਨਾਂ ਨੇ ਜੋਸ਼ ਇਹਨਾਂ ਦਿੱਤਾ ਲੋਕਾਂ ਨੂੰ। ਜਾਂ ਕਿਸੇ ਵੀ ਮਾਝਾ ਮਾਝਾ ਦੁਆਬਾ ਕਿਤੇ ਵੀ ਗੱਲ ਕਰ ਲਈਏ, ਕਿਉਂਕਿ ਭਾਈ ਸਾਰੇ ਤੁਸੀਂ ਉੱਥੇ ਲੈ ਕੇ ਗਏ ਹੋ। ਤੇ ਉਸ ਤੋਂ ਬਾਅਦ ਜਾ ਕੇ ਹੁਣ ਦੀਪ ਸਿੰਘ ਦਾ ਜੋ ਘਟਨਾਕ੍ਰਮ ਹੋਇਆ ਉਸ ਨੂੰ ਲੈ ਕੇ ਸਾਰੇ ਉਸ ਤੋਂ ਪਿੱਛੇ ਹਟ ਗਏ, ਚਾਹੇ ਕਲਾਕਾਰ ਵੀ ਸੀਗੇ, ਚਾਹੇ ਉਸਦੇ ਨਾਲ ਕਿਸਾਨ ਜਥੇਬੰਦੀਆਂ ਸੀਗੀਆਂ। ਤੁਹਾਨੂੰ ਕੀ ਲੱਗਦਾ ਕਿ ਏਡੀ ਦੂਰ ਜਾ ਕੇ ਇੰਨਾ ਪਿੱਛੇ ਲੈ ਕੇ ਆਉਣਾ ਕਿਸੇ ਬੰਦੇ ਨੂੰ? ਜੇ ਇੱਕਦਮ ਬਹੁਤ ਸਾਰੇ ਨੌਜਵਾਨ ਲਾਪਤਾ ਨੇ, ਉਹਨਾਂ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਹੈਗੀ। ਸੋ ਇਸ ਸਿਨੈਰੀਓ ਨੂੰ ਕਿਵੇਂ ਦੇਖਦੇ? ਦੇਖੋ ਮਸਲਾ ਇਹ ਹੈ ਕਿ ਸਾਰੇ ਆਪਣੇ ਆਪਣੇ ਤੌਰ ਤੇ ਲੱਗੇ ਹੋਏ ਆ। ਇੱਥੇ ਕੋਈ ਕਲਾਕਾਰਾਂ ਦੀ ਜਥੇਬੰਦੀ ਬਣ ਕੇ ਨਹੀਂ ਲੱਗੀ ਹੋਈ। ਕੋਈ ਘੁੱਗੀ ਭਾਜੀ ਨੂੰ ਲੀਡ ਕਰ ਰਿਹਾ ਜਾਂ ਮੈਂ ਕੋਈ ਆਪਣੇ 5-10 ਬੰਦੇ ਲੈ ਕੇ ਇੱਥੇ ਆ। ਸਾਰੇ ਆਪਣੀ ਸੇਵਾ ਦੇ ਰੂਪ 'ਚ ਲੱਗੇ ਆ ਕਿ ਜਦੋਂ ਕਿਸੇ ਦਾ ਟਾਈਮ ਮਿਲਦਾ, ਜਦੋਂ ਵੀ ਕਿਸੇ ਦਾ ਦਿਲ ਕਰਦਾ ਅਸੀਂ ਉੱਥੇ ਪਹੁੰਚੇ ਹਾਂ। ਪਹਿਲੇ ਦਿਨ ਤੋਂ 4 ਮਹੀਨੇ ਹੋ ਗਏ ਅਸੀਂ ਪਹਿਲੇ ਦਿਨ ਤੋਂ ਹੀ ਲੱਗੇ, ਭਾਵੇਂ ਉਹ ਰੇਲਵੇ ਟਰੈਕਾਂ ਤੇ ਬੈਠੇ। ਭਾਵੇਂ ਉੱਥੇ ਪੰਜਾਬ ਦੇ ਵਿੱਚ ਜਾਂ ਦਿੱਲੀ ਜਾਂ ਕਿਤੇ ਵੀ। ਸੋ ਮੈਨੂੰ ਲੱਗਦਾ ਕਿ ਜਦੋਂ ਇਸ ਲੈਵਲ ਤੇ ਸੰਘਰਸ਼ ਲੰਬਾ ਹੋ ਜਾਂਦਾ ਜਾਂ ਇੰਨੇ ਵੱਡੇ ਲੈਵਲ ਤੇ ਜਦੋਂ ਇੱਕ ਆਵਾਮ ਜੁੜ ਜਾਂਦਾ ਤਾਂ ਉਦੋਂ ਇਹ ਚੀਜ਼ਾਂ, ਇਹ ਘਟਨਾਵਾਂ ਹੋਣੀਆਂ ਲਾਜ਼ਮੀ ਆ। ਕਿਤੇ ਨਾ ਕਿਤੇ ਜਦੋਂ ਆਪਾਂ ਪਹਿਲੇ ਦਿਨ ਤੋਂ ਇਹ ਕਹਿ ਰਹੇ ਸੀਗੇ ਕਿ ਹੋਸ਼ ਰੱਖਣਾ ਬਹੁਤ ਜ਼ਰੂਰੀ ਆ, ਜੋਸ਼ ਦੇ ਨਾਲ ਹੋਸ਼ ਰੱਖਣਾ ਬਹੁਤ ਜ਼ਰੂਰੀ ਆ। ਸੋ ਆਪਣੀ ਇੱਕ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਪ੍ਰੋਬਲਮ ਰਹਿੰਦੀ ਹੈ ਕਿ ਆਪਾਂ ਜਦੋਂ ਬਹੁਤ ਸਾਰੇ ਆਪਣੇ ਕਿਸੇ ਵੀ ਕੰਮ ਦੇ ਵਿੱਚ ਲੀਡਰ ਬਹੁਤ ਹੋ ਜਾਂਦੇ ਆ, ਉਦੋਂ ਆਪਣਾ ਕੰਮ ਖਰਾਬ ਹੋ ਜਾਂਦਾ। ਆਪਣੀ ਜਦੋਂ ਪ੍ਰਧਾਨਗੀ ਦਾ ਮਸਲਾ ਆ ਗਿਆ, ਜਦੋਂ ਹਰ ਬੰਦਾ ਇਹ ਸੋਚਣ ਲੱਗ ਪਿਆ ਵੀ ਹੁਣ ਮੈਂ ਇੱਧਰ ਨੂੰ ਨਿਕਲ ਜਾ ਪ੍ਰਧਾਨਗੀ ਲੈਣ ਨੂੰ ਮੈਂ ਇੱਧਰ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਕੰਮ ਖਰਾਬ ਹੋ ਜਾਂਦਾ। ਸੋ ਜਥੇਬੰਦੀਆਂ ਲੀਡ ਕਰ ਰਹੀਆਂ, ਹੁਣ ਡਿਵਾਈਡ ਹੋ ਜਾਂਦਾ। ਕਈ ਕਹਿੰਦੇ ਜਥੇਬੰਦੀਆਂ ਐਂ ਕਰਦੀਆਂ, ਕਈ ਕਹਿੰਦੇ ਆ ਐਂ ਕਰਦਾ। ਸੋ ਉਸ ਮਸਲੇ ਦੇ ਵਿੱਚ ਅਜੇ ਤੱਕ ਸਮਝ ਨਹੀਂ ਆਇਆ। ਅਸੀਂ ਆਪਣੇ ਤੌਰ ਤੇ ਲੱਗੇ ਹਾਂ, ਅਸੀਂ ਉਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਗਏ ਹੀ ਨਹੀਂ, ਕਿਉਂਕਿ ਮੀਟਿੰਗਾਂ ਜਥੇਬੰਦੀਆਂ ਨੇ ਕੀਤੀਆਂ 10-11 ਜਿਹੜੀਆਂ ਮੀਟਿੰਗ ਜਥੇਬੰਦੀਆਂ ਨੇ ਕੀਤੀਆਂ। ਸਾਡਾ ਮਸਲਾ ਇਹ ਹੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਉੱਥੇ ਪਹੁੰਚਦਾ ਕਰ ਸਕਦੇ ਹਾਂ, ਕਿ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਆਓ ਤੁਸੀਂ ਉੱਥੇ ਪਹੁੰਚੋ, ਬੈਠੋ। ਜੇ ਲੋਕ ਉੱਥੇ ਬੈਠਣਗੇ, ਬਾਕੀ ਜਿਹੜਾ ਫੈਸਲਾ ਕਰਨਾ ਉਹ ਜਿਹੜੇ ਵੀ ਲੀਡਰ ਆ, ਭਾਵੇਂ ਕੋਈ ਵੀ ਬੰਦਾ ਜਿਹੜਾ ਜਿੱਦਾਂ ਇੱਕ ਪਾਕਿਸਤਾਨੀ ਸ਼ਾਇਰ ਲਿਖਦੇ ਕਿ ਜਿਹੜੇ ਅੱਗੇ ਹੁੰਦੇ ਆ ਬਿਲਕੁਲ ਕਿ ਜਿਹੜਾ ਬੰਦਾ ਅੱਗੇ ਹੋਊਗਾ ਉਹਨੂੰ ਕਿਤੇ ਨਾ ਕਿਤੇ ਫਾਇਦਾ ਲੱਗਣਾ ਪੈਣਾ, ਗਲਤ ਪਾਸੇ ਹੋ ਜਾਊਗਾ ਜਾਂ ਸਹੀ ਹੋਊਗਾ। ਔਰ ਇੱਕ ਵੈਸੇ ਵੀ ਸਾਡਾ ਇੱਕ ਜਿਹੜਾ ਪੰਜਾਬੀਆਂ ਦਾ ਸੁਭਾਅ ਆ, ਸਾਡੇ ਦੋ ਹੀ ਚੀਜ਼ਾਂ ਹੁੰਦੀਆਂ, ਜਾਂ ਮੋਢਿਆਂ ਤੇ ਜਾਂ ਗੋਡਿਆਂ ਤੇ। ਅਸੀਂ ਜਦੋਂ ਬੰਦਾ ਸਾਨੂੰ ਲੱਗਦਾ ਬੜਾ ਵਧੀਆ ਕਰ, ਉਹਨੂੰ ਕਹਿੰਦੇ ਬਾਈ ਤੇਰੇ ਵਰਗਾ ਬੰਦਾ ਕੋਈ ਨਹੀਂ। ਜਦੋਂ ਮਾੜਾ ਜਦੋਂ ਉਹਨੂੰ ਥੱਲੇ ਰੱਖਦੇ, ਬਾਈ ਤੇਰੇ ਵਰਗਾ ਵੀ ਬੰਦਾ ਕੋਈ ਨਹੀਂ ਯਾਰ, ਤੂੰ ਚੰਗਾ ਬੰਦਾ। ਸੋ ਇਹ ਮਸਲੇ ਦੇ ਵਿੱਚ ਸਮਝ ਨਹੀਂ ਲੱਗਦਾ। ਕੱਲ ਪ੍ਰਧਾਨ ਮੰਤਰੀ ਦਾ ਵੀ ਇਸੇ ਮਸਲੇ ਦੇ ਉੱਪਰ ਜਿਹੜਾ ਸੰਬੋਧਨ ਹੋਇਆ, ਉਸਦੇ ਵਿੱਚ ਕਹਿੰਦੇ ਨਜ਼ਰ ਆਏ ਕਿ ਇੱਕ ਜਮਾਤ ਇਹੋ ਜਿਹੀ ਆ ਗਈ ਹੈ ਜਿਹੜੀ ਸਿਰਫ ਅੰਦੋਲਨ ਕਰਨਾ ਜਾਣਦੀ ਹੈ, ਅੰਦੋਲਨ ਜੀਵੀ ਕਰਾਰ ਦਿੱਤਾ ਉਹਨਾਂ ਨੇ ਅੰਦੋਲਨ ਕਰਨ ਵਾਲੇ। ਜਿੱਦਾਂ ਦੇਖੋ ਤੁਸੀਂ ਵੀ ਇਸ ਅੰਦੋਲਨ ਚ ਪਿਛਲੇ 5 ਮਹੀਨਿਆਂ ਤੋਂ ਜੁੜੇ ਹੋਏ ਹੋ। ਤੁਹਾਨੂੰ ਪੁੱਛ ਰਹੇ ਦੇਖੋ ਪ੍ਰਧਾਨ ਮੰਤਰੀ ਜੀ ਦੇ ਕਿਸੇ ਗੱਲ ਤੇ ਵੀ ਨਹੀਂ ਆ ਰਹੇ ਨਾ। ਹੁਣ ਆਪਾਂ ਉਸ ਗੱਲ ਤੇ ਮੈਨੂੰ ਲੱਗਦਾ ਕਿ ਉਹ ਤਾਂ ਪਹਿਲੇ ਦਿਨ ਤੋਂ ਇਹੀ ਕਹਿ ਰਹੇ ਆ ਕਿ ਬਿੱਲ ਸਹੀ ਆ। ਮਸਲਾ ਤਾਂ ਬਿੱਲਾਂ ਦਾ ਹੀ ਆ। ਬਿੱਲ ਨੂੰ ਲੈ ਕੇ ਉਹ ਆਪਣਾ ਪੱਖ ਰੱਖ ਰਹੇ, ਅਸੀਂ ਆਪਣਾ ਪੱਖ ਰੱਖ ਰਹੇ ਹਾਂ। ਉਹ ਆਪਣੀ ਸਮਝ ਹੀ ਨਹੀਂ ਮਿਲ ਰਹੀ, ਉਹ ਸੋਚ ਹੀ ਨਹੀਂ ਇੱਕ ਤਾਰ ਤੇ ਆ ਰਹੀ। ਉਹ ਉਧਰੋਂ ਜ਼ੋਰ ਲਾ ਰਹੇ, ਅਸੀਂ ਇੱਧਰੋਂ ਜ਼ੋਰ ਲਾ ਰਹੇ। ਅਸੀਂ ਕਹਿ ਰਹੇ ਹਾਂ ਕਿ ਬਿੱਲ ਸਹੀ ਨਹੀਂ ਆ, ਉਹ ਕਹਿ ਰਹੇ ਕਿ ਬਿੱਲ ਸਹੀ ਆ। ਸੋ ਜੇ ਉਹ ਇਸ ਮਸਲੇ ਤੇ ਬੈਠ ਜਾਣ ਤਾਂ ਮੈਨੂੰ ਲੱਗਦਾ ਸਾਰੀਆਂ ਗੱਲਾਂ ਹੀ ਸਹੀ ਹੋ ਜਾਣ। ਜੇ ਹੁਣ ਇਹ ਤੁਸੀਂ ਕਹੀ ਜਾਓਗੇ ਅੰਦੋਲਨ ਦੇ ਵਿੱਚ ਖਾਲਿਸਤਾਨੀ ਬੜੇ ਆ, ਜਾਂ ਅੰਦੋਲਨ ਦੇ ਵਿੱਚ ਤੁਸੀਂ ਕਹੋਗੇ ਕਿ ਉੱਦਾਂ ਦੇ ਬੰਦੇ ਬੜੇ ਆ ਜਿਹੜੇ ਖਰਾਬ ਕਰ ਰਹੇ ਆ, ਤਾਂ ਉਹ ਤਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ, ਉਹ ਪਹਿਲੇ ਦਿਨ ਤੋਂ ਹੀ ਲੱਗੇ ਸਾਰੀਆਂ ਗੱਲਾਂ ਕਰਨ। ਲੇਕਿਨ ਅੰਦੋਲਨ ਜੀਵੀ ਕਹਿਣਾ, ਅੰਦੋਲਨ ਜੀਵੀ ਕਿ ਨਵਾਂ ਨਾਂ ਕੱਢਤਾ ਉਹਨਾਂ ਨੇ ਕਿ ਅੰਦੋਲਨ ਜੀਵੀ ਹੈ ਜਿਹੜੇ ਹਰ ਅੰਦੋਲਨ ਦੇ ਵਿੱਚ ਵੇਖਣ ਨੂੰ ਮਿਲਦੇ ਆ। ਕਹਿੰਦੇ ਉਹਨਾਂ ਨੂੰ ਵੀ ਕੁਝ ਨਵਾਂ ਚਾਹੀਦਾ ਨਾ। ਫਿਰ ਹੁਣ ਇੱਕੋ ਗੱਲਾਂ ਉਹ ਵੀ ਬਾਰ-ਬਾਰ ਕਰੀ ਜਾਂਦੇ ਤਾਂ ਲੋਕ ਬੋਰ ਹੋ ਜਾਣਗੇ। ਉਹਨਾਂ ਕੋਲ ਵੀ ਤਾਂ ਬੰਦੇ ਹੋਣਗੇ ਨਾ ਜਿਹੜੇ ਉਹਨਾਂ ਨੂੰ ਦੱਸਣਗੇ ਵੀ ਮੰਤਰੀ ਜੀ ਹੁਣ ਤੁਸੀਂ ਆਹ ਚੀਜ਼ ਬੋਲੋ। ਉਹਨਾਂ ਦਾ ਆਪਾਂ ਡਾਇਰੈਕਟਰੀ ਦੀ ਬਾਈਟ ਕਰ ਲਈਏ ਕਿ ਭਾਜੀ ਨੇ ਵੀ ਕੋਈ ਗੱਲ ਕਰ ਲਓ ਭਰਾ, ਜੋ ਬੋਲਣਾ ਬੋਲੋ, ਅਸੀਂ ਵੀ ਬੋਲ ਹੀ ਦੇਣਾ ਅੱਗੋਂ। ਅਸੀਂ ਪਹਿਲੇ ਦਿਨ ਤੋਂ ਹੀ ਹਟੇ, ਹੋਰ ਬੋਲਾਂਗੇ, ਕਰੀਏ ਬਾਈਟ, ਕੋਈ ਫਰਕ ਨਹੀਂ ਪੈਂਦਾ। ਆਹ ਸਵਾਲ ਬਹੁਤ ਅੱਛਾ ਹੈ, ਮੈਨੂੰ ਕੋਈ ਪੁੱਛਦਾ ਨਹੀਂ, ਹੁਣ ਮਜ਼ਾ ਆਊਗਾ। ਮੈਂ ਨਾ ਦੱਸ ਕੇ ਅੜਿਆ ਅੱਗੇ ਵੀ ਕੋਈ ਵੀ ਫੀਲਡ ਹੋਵੇ ਉਹਦੇ ਵਿੱਚ, ਮੈਨੂੰ ਲੱਗਦਾ ਹੁੰਦਾ ਵੀ ਕੋਈ ਵੀ ਫੀਲਡ ਹੋਵੇ ਉਹਦੇ ਵਿੱਚ ਅੱਗੇ ਵਧਣ ਲਈ ਨੈਟਵਰਕ ਤੇ ਇਨਫੋਰਮੇਸ਼ਨ ਦਾ ਬੜਾ ਹੋਣਾ ਜ਼ਰੂਰੀ ਆ।
ਫੋਰ ਐਗਜ਼ਾਮਪਲ ਤੁਸੀਂ ਇੱਥੇ ਰਿਪੋਰਟਿੰਗ ਕਰ ਰਹੇ ਹੋ, ਤੁਹਾਨੂੰ ਸਾਰੇ ਲੋਕ ਜਾਣਦੇ ਹੋਣੇ ਆ, ਤੁਹਾਨੂੰ ਪਤਾ PR ਏਜੰਸੀਜ਼ ਕਿਹੜੀਆਂ ਨੇ ਇੱਥੇ, ਜਾਂ ਕਿੰਨਾ ਲੋਕਾਂ ਨੂੰ ਤੁਸੀਂ ਟਾਈਪ ਕਰਨਾ ਜਿਹੜੇ ਤੁਹਾਨੂੰ ਇਨਵਾਈਟ ਕਰਦੇ ਨੇ। ਜੇ ਤੁਸੀਂ ਤੁਹਾਨੂੰ ਦਿੱਲੀ ਭੇਜਦੇ ਨੇ ਇੱਕਦਮ, ਉੱਥੇ ਜਾ ਕੇ ਤੁਹਾਨੂੰ ਨੈਟਵਰਕ ਬਣਾਉਣਾ ਪੈਣਾ ਵੀ ਤੁਹਾਨੂੰ ਰਿਲੀਜ਼ਸ ਮਿਲਣ, ਤੁਹਾਨੂੰ ਇਨਫੋਰਮੇਸ਼ਨ ਆਵੇ। ਉਹ ਹਰ ਇੰਡਸਟਰੀ ਦੇ ਆਧਾਰ ਹੈ। ਤੁਸੀਂ ਕਿਸੇ ਵੀ ਇੰਡਸਟਰੀ 'ਚ ਅੱਗੇ ਵਧਣਾ, ਤੁਹਾਡੇ ਕੋਲ ਇਨਫੋਰਮੇਸ਼ਨ ਤੇ ਨੈਟਵਰਕ ਹੋਣਾ ਬੜਾ ਜ਼ਰੂਰੀ ਹੁੰਦਾ। ਮੈਂ ਦੱਸ ਕੇ ਅੱਗੇ ਵੀ ਇਹ ਡਾਇਰੈਕਟਰੀ ਦੀ ਸ਼ੁਰੂਆਤ ਇੱਕ ਛੋਟੀ ਜਿਹੀ ਘਟਨਾ ਤੋਂ ਹੋਈ ਸੀ। ਉਹ ਘਟਨਾ ਕੀ ਸੀ? ਗੋਆ ਫਿਲਮ ਫੈਸਟੀਵਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ, ਤੁਹਾਡੇ ਤੋਂ ਬਹੁਤ ਸਾਰੇ ਲੋਕ ਜਾਣਦੇ ਵੀ ਹੋਣੇ ਨੇ। 2011-12 ਦੀ ਗੱਲ ਆ, ਉਦੋਂ ਮੈਂ ਦੂਜੀ ਵਾਰੀ ਫਿਲਮ ਫੈਸਟੀਵਲ 'ਚ ਗਿਆ ਸੀ ਉੱਥੇ, ਤੇ ਮੈਥੋਂ ਕਿਸੇ ਨੇ ਨੰਬਰ ਮੰਗਿਆ ਵੀ ਇਹਦਾ ਪੰਜਾਬੀ ਉਹਨਾਂ ਨੇ ਹੀ ਪੰਜਾਬ ਤੋਂ ਆਇਆ ਕਿ ਫਲਾਣੇ ਪੰਜਾਬੀ ਆਰਟਿਸਟ ਦਾ ਨੰਬਰ ਚਾਹੀਦਾ। ਤੇ ਮੇਰੇ ਕੋਲ ਨਹੀਂ ਸੀ। ਮੈਂ ਕਿਹਾ ਯਾਰ ਮੈਂ ਲੈ ਕੇ ਦਿੰਦਾ ਕਿਸੇ ਤੋਂ। ਮੈਂ 4-5 ਬੰਦਿਆਂ ਨੂੰ ਫੋਨ ਮਾਰਿਆ, ਕਿਸੇ ਕੋਲੋਂ ਨੰਬਰ ਨਹੀਂ ਮਿਲਿਆ। ਤੇ ਉਹ ਅੱਗੋਂ ਡਾਇਰੈਕਟਰ ਦਾ ਸਵਾਲ ਸੀ, ਯਾਰ ਤੁਹਾਡੀ ਇੰਡਸਟਰੀ 'ਚ ਕੋਈ ਟੈਲੀਫੋਨ ਡਾਇਰੈਕਟਰੀ ਵਗੈਰਾ ਨਹੀਂ ਬਣਦੀ? ਮੈਂ ਕਿਹਾ ਨਹੀਂ। ਕਹਿੰਦਾ ਯਾਰ ਹਰ ਬੰਬੇ ਦੇ ਵਿੱਚ ਜਾਓ, ਉੱਥੇ ਤੁਹਾਨੂੰ ਇਨਫੋਰਮੇਸ਼ਨ ਡਾਇਰੈਕਟਰੀ ਮਿਲਦੀ ਆ। ਸਾਊਥ 'ਚ ਜਾਓ, ਮਤਲਬ ਕਿ ਹਰ ਟ੍ਰੇਡ ਦੀ ਇੱਕ ਡਾਇਰੈਕਟਰੀ ਹੁੰਦੀ, ਤੁਹਾਡੀ ਇੰਡਸਟਰੀ ਦੀ ਡਾਇਰੈਕਟਰੀ ਨਹੀਂ ਕੋਈ ਹੈਗੀ। ਮੇਰੇ ਦਿਮਾਗ 'ਚ ਇੱਥੋਂ ਕਲਿੱਕ ਕੀਤਾ ਵੀ ਯਾਰ ਆਹ ਚੀਜ਼ ਕੀਤੀ ਜਾ ਰਹੀ ਹੈ। 2012 ਦਾ ਜਿਹੜੀ ਇੰਡਸਟਰੀ ਬਣ ਰਹੀ ਸੀਗੀ ਉਦੋਂ, ਤੇ ਉਦੋਂ ਅਸੀਂ ਪੰਜਾਬੀ ਦੀ ਪਹਿਲੀ ਡਾਇਰੈਕਟਰੀ ਬਣਾਈ ਸੀ। ਉਸ ਤੋਂ ਬਾਅਦ ਉਹਦੇ 'ਚ ਇਕੱਲੇ ਨਾਮ ਤੇ ਨੰਬਰ ਸੀ, ਔਰ ਕੁਛ ਨਹੀਂ ਸੀ। ਪ੍ਰੋਬਲਮ ਆਈ ਵੀ ਯਾਰ ਇਹਦੇ 'ਚ ਨਾਮ ਨੰਬਰ ਆ ਵੀ ਗੁਰਪ੍ਰੀਤ ਘੁੱਗੀ ਨੂੰ ਅਸੀਂ ਜਾਣਦੇ ਹਾਂ, ਸਾਨੂੰ ਇਹਨਾਂ ਦਾ ਚਿਹਰਾ ਯਾਦ ਆ ਵੀ ਇਹ ਫਲਾਨਾ ਸਿੰਘ ਕੌਣ, ਅਸੀਂ ਤਾਂ ਦੇਖਿਆ ਵੀ ਨਹੀਂ ਕਿਤੇ। ਫਿਰ ਉੱਥੋਂ ਆਇਆ ਆਈਡੀਆ ਵੀ ਯਾਰ ਫੋਟੋ ਵੀ ਨਾਲ ਲਾਈ ਜਾਵੇ। ਫਿਰ ਉਹ ਫੋਟੋ ਲਾਉਣੀ ਸ਼ੁਰੂ ਕੀਤੀ, ਵੀ ਨਾਮ, ਫੋਨ ਨੰਬਰ, ਫੋਟੋ। ਫਿਰ ਕਹਿੰਦੇ ਯਾਰ ਆਰਟਿਸਟ ਨੰਬਰ ਨਾ ਹਫ਼ਤੇ ਬਾਅਦ, ਮਹੀਨੇ ਬਾਅਦ, 6 ਮਹੀਨੇ ਬਦਲ ਲੈਂਦੇ। ਜਦੋਂ ਬੰਦੇ ਨੂੰ ਸਾਲ ਬਾਅਦ ਨੰਬਰ ਦੀ ਲੋੜ ਪਊਗੀ, ਉਹ ਡਾਇਰੈਕਟਰੀ ਤਾਂ ਬੇਕਾਰ ਆ। ਫਿਰ ਅਸੀਂ ਨਾਲ ਈਮੇਲ ਆਈਡੀ ਵੀ ਲਾਉਣੀ ਸ਼ੁਰੂ ਕਰਤੀ, ਨਾਮ, ਫੋਨ ਨੰਬਰ ਤੇ ਈਮੇਲ ਆਈਡੀ। ਫਿਰ ਚੱਲੀ ਆ। ਫਿਰ ਕਹਿੰਦੇ ਯਾਰ ਆਰਟਿਸਟ ਈਮੇਲ ਆਈਡੀ ਦੀ ਤਾਂ ਜਵਾਬ ਹੀ ਨਹੀਂ ਦਿੰਦੇ, ਉਹ ਤਾਂ ਦੇਖਦੇ ਹੀ ਨਹੀਂ, ਉਹ ਸਾਰਾ ਦਿਨ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਰਹਿੰਦੇ। ਮੈਂ ਕਿਹਾ ਵੀ ਆਹ ਵੀ ਗੱਲ ਠੀਕ ਹੈ। ਇਸ ਵਾਰੀ ਅਸੀਂ ਨਾਮ, ਫੋਨ ਨੰਬਰ, ਈਮੇਲ ਆਈਡੀ ਔਰ ਆਫੀਸ਼ੀਅਲੀ ਇੰਸਟਾਗ੍ਰਾਮ ਆਈਡੀ ਵੀ ਦਿੱਤੀ ਆ। ਇਹਦਾ ਇੱਕ ਮੇਨ ਸਨੈਪਚੈਟ ਹੀ ਪਾਈ ਕਿਤੇ ਦੇ। ਇਹਦਾ ਇੱਕ ਮੇਨ ਕੰਮ ਹੈ ਸਪਨ ਜੀ, ਇਹਦਾ ਇੱਕ ਮੇਨ ਕੰਮ ਹੈ ਕਿ ਇਹ ਜਿਹੜੀ ਤੁਹਾਡੀ ਸਾਊਥ ਦੀ ਬਲਕਿ ਬੇਸਿਕਲੀ ਡਾਇਰੈਕਟਰੀ ਇਕੱਲੇ ਨੰਬਰਾਂ ਵਾਸਤੇ ਨਹੀਂ, ਕਾਸਟਿੰਗ ਵੀ। ਹੁਣ ਬੰਬੇ ਤੋਂ ਤੁਸੀਂ ਦੇਖੋ ਪੰਜਾਬ 'ਚ ਕਿੰਨਾ ਕੁਝ ਬਣ ਰਿਹਾ, ਉਹ ਕਾਸਟਿੰਗ ਵੀ ਉਹਨਾਂ ਨੇ ਕਰਨੀ। ਉਹ ਇੱਥੋਂ ਦੇਖ ਕੇ ਮੰਨ ਲਓ ਕੋਈ ਇਹਦਾ ਮੇਨ ਕੰਮ ਇਹਦਾ ਰਹਿਣਾ ਹੈਗਾ ਕਿ ਜਿਹੜੀ ਸਾਊਥ ਦੀ ਇੰਡਸਟਰੀ ਹੈਗੀ ਹੈ, ਸਾਊਥ ਦੀ ਬੰਬੇ ਦੀ ਇੰਡਸਟਰੀ ਜਦੋਂ ਤੁਹਾਡੇ ਕੋਲ ਆਏਗੀ, ਉਹਦੇ ਲਈ ਆ ਇੱਕ ਇੰਪੋਰਟੈਂਟ ਰੋਲ ਪਲੇ ਕਰੇਗੀ, ਵਿਚ ਵਿਲ ਬੀ ਰਿਜ਼ਲਟਿੰਗ ਇਨ ਇੰਪਰੋਵਾਈਜ਼ੇਸ਼ਨ ਇਨ ਐਮਪਲੋਇਮੈਂਟ, ਲੋਕਲ ਐਮਪਲੋਇਮੈਂਟ ਤੁਹਾਡੀ ਬਣ। ਕਿਉਂਕਿ ਜਦੋਂ ਬਾਹਰੋਂ ਇੰਡਸਟਰੀ ਬੰਦਾ ਆਂਦਾ ਇੱਥੇ, ਉਹ ਇਸ ਦੇ ਬਦੌਲਤ ਇੱਥੇ ਲੋਕਲ ਵੈਂਡਰਸ ਲੈ ਸਕਦਾ ਹੈ। ਦੋ ਗੱਲਾਂ ਨੇ ਜੀ। ਪਹਿਲੀ ਗੱਲ ਤਾਂ ਡਾਇਰੈਕਟਰੀ ਵੇਚਣ ਲਈ ਬਿਲਕੁਲ ਨਹੀਂ, ਕਿਤੇ ਤੁਹਾਨੂੰ ਬੁੱਕ ਸ਼ਾਪ ਤੋਂ ਨਹੀਂ ਮਿਲੂਗੀ। ਇਹ ਸੇਲ ਲਈ ਨਹੀਂ ਬਣਾਈ ਜਾਂਦੀ। ਇਹ ਸਾਡੇ ਕੋਲੇ ਜਿਵੇਂ ਇੰਡਸਟਰੀ ਇਹਦੇ ਵਿੱਚ 10,000 ਤੋਂ ਜ਼ਿਆਦਾ ਲੋਕਾਂ ਦੇ ਨੰਬਰ ਨੇ। ਸਾਡੇ ਕੋਲ ਉਹਨਾਂ ਦੇ ਐਡਰੈਸ ਵੀ ਨਹੀਂ, ਪਰ ਅਸੀਂ ਇਹਦੇ 'ਚ ਪਾਉਂਦੇ ਨਹੀਂ। ਉਹ ਸਭ ਨੂੰ ਕੋਰੀਅਰ ਜਾਂਦੀ। ਉਸ ਤੋਂ ਇਲਾਵਾ ਭਾਜੀ ਬੈਠੇ ਨੇ, ਇਹਨਾਂ ਦਾ ਨਾਰਥ ਜੌਨ ਫਿਲਮ ਐਂਡ TV ਐਸੋਸੀਏਸ਼ਨ ਹੈਗੀ ਹੈ, ਉਹਦੇ ਆਫਿਸ 'ਚ ਵੀ ਅਸੀਂ ਅਵੇਲੇਬਲ ਕਰਾਵਾਂਗੇ। ਉਸ ਤੋਂ ਇਲਾਵਾ ਜਿਵੇਂ ਰਬਾਬ ਸਟੂਡੀਓ ਆ, ਫਿਲਮ ਸਿਟੀ ਆ, ਇੱਥੇ ਬੰਬੇ ਦੇ ਵਿੱਚ ਵੀ, ਮਤਲਬ ਕਿ ਜਿੱਥੇ ਆਰਟਿਸਟ ਆਨਲਾਈਨ ਵੀ ਅਵੇਲੇਬਿਲਿਟੀ ਆਨਲਾਈਨ ਨਹੀਂ ਪਾਈ, ਕਿਉਂਕਿ ਆਨਲਾਈਨ ਤਾਂ ਨਹੀਂ ਪਾਈ ਕਿਉਂਕਿ ਮਿਸਯੂਜ਼ ਦਾ ਸਾਨੂੰ ਡਰ ਰਹਿੰਦਾ। ਅਸੀਂ ਇਸ ਕਰਕੇ ਇਹਨੂੰ ਸੇਲ ਨਹੀਂ ਕਰਦੇ, ਬੁੱਕ ਸ਼ਾਪ 'ਤੇ ਨਹੀਂ ਰੱਖਦੇ। ਮੀਡੀਆ ਦੇ ਜਿੰਨੇ ਹੈਗੇ ਨੇ, ਕਿਉਂਕਿ ਮੈਂ ਆਪ ਖੁਦ 10 ਸਾਲ ਮੀਡੀਆ 'ਚ ਕੰਮ ਕੀਤਾ, ਬਹੁਤ ਸਾਰੇ ਚਿਹਰੇ ਮੈਨੂੰ ਨਿੱਜੀ ਤੌਰ 'ਤੇ ਵੀ ਜਾਣਦੇ ਨੇ। ਅਸੀਂ ਮੀਡੀਆ ਨੂੰ ਇਸ ਤਰੀਕੇ ਨਾਲ ਹੀ ਅਵੇਲੇਬਲ ਕਰਾਉਣੇ ਆ। ਬਾਕੀ ਸਾਨੂੰ ਪਤਾ ਹੁੰਦਾ ਵੀ ਆਰਟਿਸਟ ਜ਼ਿਆਦਾਤਰ ਇਹਨਾਂ ਸਟੂਡੀਓ ਦੇ ਵਿੱਚ ਜਾਂਦੇ ਨੇ, ਇੱਥੇ ਜਾਂਦੇ ਨੇ, ਉੱਥੇ ਨਹੀਂ ਤੁਹਾਨੂੰ ਕਾਪੀ ਮਿਲੂਗੀ। ਓਕੇ ਜੀ, ਬਾਈ। ਇੱਕ ਸਵਾਲ ਰਹਿ ਗਿਆ ਗੁਰਪ੍ਰੀਤ ਜੀ, ਮਾਫੀ ਚਾਹੁੰਦਾ ਦੁਬਾਰਾ ਥੋੜੇ ਡਾਇਰੈਕਟਰੀ ਤੋਂ ਹਟ ਕੇ ਸਵਾਲ ਹੈ। 3 ਮਹੀਨਾਵਾਂ ਟਵੀਟ ਕਰਦੀਆਂ ਨੇ, ਉਸ ਤੋਂ ਬਾਅਦ ਪੂਰਾ ਬਾਲੀਵੁੱਡ ਜਾਗ ਉੱਠਦਾ ਹੈ, ਖਾਸ ਕਰ ਉਹ ਲੋਕ ਜਾਗ ਉੱਠਦੇ ਨੇ ਜੋ ਖੁਦ ਪੰਜਾਬ ਨਾਲ ਸੰਬੰਧ ਰੱਖਦੇ ਨੇ। ਇੱਕੋ ਜਿਹੇ ਟਵੀਟ ਆਉਂਦੇ ਨੇ, ਹੁਣ ਉਹਨਾਂ ਦੀ ਵੀ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਕਿ ਟਵੀਟਾਂ ਬਾਰੇ ਵੀ ਜਾਂਚ ਕਰਾਂਗੇ, ਕਿਤੇ ਦਬਾਅ ਤਾਂ ਨਹੀਂ। ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜੋ ਪੰਜਾਬ ਨਾਲ ਸੰਬੰਧ ਰੱਖਦੇ ਨੇ ਕੁਝ ਕਲਾਕਾਰ, ਜਿਨ੍ਹਾਂ ਨੇ ਪੰਜਾਬੀ ਬਾਰੇ ਫਿਲਮਾਂ ਬਣਾ ਕੇ ਸਰਦਾਰ ਦਾ ਕਿਰਦਾਰ ਪਲੇ ਕਰਕੇ ਕਰੋੜਾਂ ਰੁਪਏ ਕਮਾ ਲਏ, ਕਿਸਾਨਾਂ ਦੇ ਹੱਕ 'ਚ ਟਵੀਟ ਨਹੀਂ ਕੀਤਾ, ਪਰ ਇੱਕ ਲੜੀਵਾਰ ਟਵੀਟ ਆਉਂਦਾ ਹੈ, ਉਸ ਤੇ ਵੀ ਜਾਂਚ ਹੋ ਰਹੀ ਹੈ ਕਿ ਸਹੀ ਨਹੀਂ, ਗਲਤ ਨਹੀਂ, ਪ੍ਰੈਸ਼ਰ ਸੀਗਾ ਜਾਂ ਕੀ ਸੀਗਾ? ਭਾਜੀ ਆਨਸਰ ਵੀ ਤੁਸੀਂ ਦੇ ਦਿੱਤਾ ਸਵਾਲ ਦੇ ਵਿੱਚ। ਹਾਂ, ਮੈਂ ਰਿਐਕਸ਼ਨ ਇਹੀ ਹੈ ਜੀ ਕਿ ਇਕੱਲੇ ਪੰਜਾਬੀਆਂ ਤੋਂ ਨਹੀਂ ਇਹ ਕੰਮ ਹੋਇਆ। ਇਹ ਲਤਾ ਮੰਗੇਸ਼ਕਰ ਜੀ ਵਰਗਾ ਇੱਕ ਐਡਾ ਵੱਡਾ ਸਾਡਾ ਰੁਤਬਾ ਉਹਨਾਂ ਦਾ ਜਿਹੜਾ ਕਿਸੇ ਕੋਲ ਵੀ ਨਹੀਂ ਹੈ ਸਾਡੇ ਹਿੰਦੁਸਤਾਨ 'ਚ, ਔਰ ਸਚਿਨ ਵਰਗੇ ਵੱਡੇ ਕ੍ਰਿਕਟਰ ਇਹਦੇ 'ਚ ਜਦੋਂ ਇਨਵੋਲਵ ਹੁੰਦੇ ਨੇ ਤਾਂ ਜਨਤਾ ਦਾ ਇੱਕ ਜਨਰਲ ਰਿਐਕਸ਼ਨ ਆਉਂਦਾ ਹੀ ਹੈ ਜੀ। ਔਰ ਇਹਨੂੰ ਬੜਾ ਲੋਕਾਂ ਨੇ ਰਿਐਕਟ ਕੀਤਾ, ਇੰਟਰਨੈਸ਼ਨਲ ਲੈਵਲ 'ਤੇ ਰਿਐਕਟ ਕੀਤਾ। ਹੁਣ ਇਹਦੀ ਵੀ ਕੋਈ ਇਨਕੁਆਇਰੀ ਦੀ ਗੱਲ ਚੱਲੀ ਹੈ। ਸੋ ਮੈਨੂੰ ਲੱਗਦਾ ਕਿ ਜੋ ਰਿਜ਼ਲਟ ਹੈ ਬਹੁਤ ਜਲਦੀ ਲੋਕਾਂ ਦੇ ਸਾਹਮਣੇ ਆਏਗਾ, ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਨੇ ਹੀ ਕਰ ਦੇਣਾ। ਉਸ ਮੀਡੀਆ ਨੇ ਸਾਨੂੰ ਦੱਸ ਦੇਣਾ ਕਿ ਕੀ ਨਿਕਲਿਆ ਇਹਦੇ ਵਿੱਚ। ਤੁਸੀਂ ਦੱਸੋਗੇ ਇੱਕ ਦਿਨ ਸਾਨੂੰ ਜੀ। ਇਸ ਅੰਦੋਲਨ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਪੰਜਾਬੀ ਹਾਈਲਾਈਟ ਹੋ ਰਹੇ ਨੇ, ਜ਼ਿਆਦਾਤਰ ਜਿਹੜੇ ਕੰਟਰੋਵਰਸੀਜ਼ ਬਣ ਰਹੀ ਉਹ ਖਾਲਿਸਤਾਨੀਆਂ ਨੂੰ ਲੈ ਕੇ ਬਣ ਰਹੀ ਹੈ। ਅੰਦੋਲਨ ਦੇ ਵਿੱਚ
ਕਿਉਂਕਿ ਜਿਹੜਾ ਬੰਦਾ ਅੱਗੇ ਲੱਗਦਾ ਨਾ ਜੀ, ਗੱਲ ਉਹਦੀ ਹੁੰਦੀ ਹੈ। ਹਮੇਸ਼ਾ ਟਰੈਕਟਰ ਦੀ ਗੱਲ ਹੁੰਦੀ, ਟਰਾਲੀ ਦੀ ਬਾਅਦ 'ਚ ਆਉਂਦੀ ਹੈ ਗੱਲ। ਸੋ ਪੰਜਾਬ ਟਰੈਕਟਰ ਬਣ ਕੇ ਅੱਗੇ ਲੱਗਾ ਸੀ, ਟਰਾਲੀ 'ਚ ਬੜੇ ਲੋਕ ਆ ਕੇ ਬੈਠੇ ਫਿਰ। ਸੋ ਇਸ ਕਰਕੇ ਜ਼ਿਕਰ ਪਹਿਲਾਂ ਉਹਦਾ ਹੀ ਆਉਂਦਾ ਹੁੰਦਾ। ਪੰਜਾਬ ਨੇ ਇੱਥੋਂ ਇਹ ਸ਼ੁਰੂ ਕੀਤਾ ਸੀ ਸੰਘਰਸ਼, ਪੰਜਾਬ ਤੋਂ। ਇਹਨੂੰ ਇੱਥੇ ਮਿਲ ਲਿਆ ਜਾਂਦਾ, ਪੰਜਾਬ ਨੂੰ ਇੱਥੇ ਰੋਕ ਲਿਆ ਜਾਂਦਾ, ਇੱਥੇ ਗੱਲ ਸੁਣ ਲਈ ਜਾਂਦੀ ਤਾਂ ਪੰਜਾਬ ਦਾ ਸੰਘਰਸ਼ ਅੱਗੇ ਨਾ ਵੱਧਦਾ। ਜਦੋਂ ਅੱਗੇ ਵਧਿਆ ਫਿਰ ਕਈਆਂ ਦੇ ਹੌਸਲੇ ਵਧੇ, ਹਰਿਆਣਾ ਨਾਲ ਤੁਰਿਆ, ਹਰਿਆਣਾ ਨੂੰ ਦੇਖ ਕੇ ਰਾਜਸਥਾਨ ਵੀ ਉੱਧਰੋਂ ਆਇਆ, ਹੋਰ ਸਟੇਟਸ। ਇਹ ਜਦੋਂ ਵੀ ਅੰਦੋਲਨ ਦਾ ਜ਼ਿਕਰ ਆਏਗਾ ਇਨ ਫਿਊਚਰ, ਤੁਸੀਂ ਦੇਖਿਓ ਸਭ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਆਏਗਾ ਹੀ ਆਏਗਾ। ਜਿਹੜਾ ਬੰਦਾ ਅੱਗੇ ਲੱਗ ਕੇ ਤੁਰਦਾ ਉਹਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ। ਪਰ ਤੁਸੀਂ ਅੱਜ ਦਾ ਸਿਨੈਰੀਓ ਦੇਖੋ, 26 ਜਨਵਰੀ ਤੋਂ ਬਾਅਦ ਹੁਣ ਸਾਰਾ ਜਿਹੜਾ ਲੋਡ ਹੈ ਉਹ ਗਾਜ਼ੀਪੁਰ ਬਾਰਡਰ ਤੇ ਸ਼ਿਫਟ ਹੋ ਗਿਆ। ਹੁਣ ਸਾਰੀ ਗੱਲ ਉਧਰ ਦੀ ਹੋ ਰਹੀ ਹੈ। ਸੋ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੇ ਸੰਘਰਸ਼ ਛੱਡ ਦਿੱਤਾ ਜਾਂ ਉਹਨਾਂ ਦਾ ਸੰਘਰਸ਼ ਜ਼ਿਆਦਾ ਵੱਡਾ ਹੋ ਗਿਆ। ਸੋ ਇਹ ਕਿਉਂਕਿ ਜਿਹੜਾ 26 ਜਨਵਰੀ ਤੋਂ ਬਾਅਦ ਇੱਕ ਵਾਰੀ ਜਿਹੜਾ ਸੰਘਰਸ਼ ਹੈ ਵੈਂਟੀਲੇਟਰ ਤੇ ਚਲਾ ਗਿਆ ਸੀ, ਉਹ ਦੁਬਾਰਾ ਜਿਹੜਾ ਸ਼ੁਰੂ ਹੋਇਆ ਗਾਜ਼ੀਪੁਰ ਤੋਂ ਦੁਬਾਰਾ ਉਹਨੇ ਰੀਗੇਨ ਕੀਤਾ। ਇਸ ਕਰਕੇ ਹੁਣ ਸਾਰਾ ਜ਼ਿਕਰ ਗਾਜ਼ੀਪੁਰ ਦਾ ਆ ਰਿਹਾ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹ ਕੋਈ ਜਾਣਬੁੱਝ ਕੇ ਇੱਦਾਂ ਕੀਤਾ ਜਾ ਰਿਹਾ। ਅੱਗੇ ਲੱਗਣ ਵਾਲੇ ਬੰਦਿਆਂ ਦਾ ਹਮੇਸ਼ਾ ਜ਼ਿਕਰ ਆਉਂਦਾ ਹੀ ਹੈ। ਮੈਨੂੰ ਲੱਗਦਾ ਤੁਹਾਨੂੰ ਜੋ ਕੁਝ ਚਾਹੀਦਾ ਉਹ ਖਾਣੇ ਦੇ ਵਿੱਚ ਮਿਲੂਗਾ। ਕਰਾਰਿਆ ਚੀਜ਼ਾਂ ਥੋੜੀ ਕਿਸਾਨਾਂ ਦੇ ਬਣਾਏ ਖਾਣੇ ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਡੀ ਸ਼ਖਸੀਅਤਾਂ ਨੇ ਦੋਵੇਂ ਬਹੁਤ ਸੌਖੇ। ਬੈਟਰੀ ਦੀ ਬਾਈਟ ਇੱਥੇ ਬੈਟਰੀ ਬਾਰੇ ਗੱਲ ਕਰ ਲਓ ਪਲੀਜ਼। ਹਾਂਜੀ, ਜਾਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਸੰਸਰੀ ਚਾਹੀਦੀ ਹੈ ਮੈਨੂੰ ਮਿਲ ਲਿਓ ਸਾਈਡ। ਪੂਨਮ ਦਾ ਸਵਾਲ ਲੈਣੇ, ਪੂਨਮ ਹਾਂਜੀ ਪੂਨਮ ਹਾਂਜੀ 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 1 by 1। ਕੌਣ ਕਿਹਨਾਂ ਦੀ ਗੱਲ ਕਰ ਰਹੇ ਹੋ? ਕੌਣ ਡਰ ਰਹੇ ਸੀ? ਸਾਰੇ ਹੀ ਪੰਜਾਬੀ ਤਾਂ ਮੈਨੂੰ ਲੱਗਦਾ ਪੰਜਾਬੀਆਂ ਨੇ ਤੇ ਕੰਮ ਛੱਡੇ ਹੋਏ ਤੇ ਲੱਗੇ ਹੀ ਉਸ ਕੰਮ ਤੇ ਸੀਗੇ ਜੀ। ਤੁਸੀਂ ਦੇਖਿਓ ਪੰਜਾਬੀਆਂ ਦੀ ਤਾਂ ਭਾਵੇਂ ਰਿਹਾਨਾ ਦਾ ਬਠਿੰਡੇ ਖਾੜਾ ਲਵਾ ਦੋ ਕਿੰਨੇ ਖੁਸ਼ ਹੈ। ਰਿਹਾਨਾ ਤਾਂ ਅੱਜ ਬੋਲੀ ਹੈ ਜੀ, ਪੰਜਾਬੀ ਆਰਟਿਸਟ ਤਾਂ ਉਦੋਂ ਦੇ ਕੰਮ ਛੱਡ ਕੇ ਇਸ ਸੋਸ਼ਲ ਮੀਡੀਆ ਤੇ ਬੈਠੇ ਨੇ ਜੀ। ਇਹਨਾਂ ਦੀ ਤਾਂ ਬਾਵੇ ਦੀ ਤਾਂ ਰੋਟੀ ਵੀ ਇੰਸਟਾ ਤੇ ਬੈਠੇ ਦੀ ਆਉਂਦੀ ਹੈ ਜੀ। ਘਰ ਦੇ ਰੋਟੀ ਫੜਾ ਜਾਂਦੇ ਨੇ, ਉੱਥੇ ਵੀ ਚੱਲ ਲੱਗਾ ਮੁੰਡਾ। ਇਹ ਤਾਂ ਕੁਐਸਚਨ ਹੀ ਨਹੀਂ ਪੈਦਾ ਹੁੰਦਾ ਜੀ ਕਿ ਅੱਜ ਬੋਲੇ, ਸਾਰੇ ਹੀ ਬੋਲ ਰਹੇ ਨੇ ਔਰ ਬੋਲ ਬੋਲ ਕੇ ਤਾਂ ਇੱਥੇ ਤੱਕ ਸੰਘਰਸ਼ ਚਲਾ ਗਿਆ ਜੀ। ਸਪਨ ਜੀ ਅਸੀਂ ਇਹਨਾਂ ਦੇ ਇੰਸਟਾ ਪੇਜ ਤੇ ਜੋ ਨੰਬਰ ਦੇਖਦੇ ਹੋ ਕਈ ਵਾਰ ਨਹੀਂ ਮਿਲ ਰਹੇ ਹੁੰਦੇ, ਸਾਰੇ ਆਰਟਿਸਟ ਨੇ ਮੋਸਟਲੀ ਕਈ ਵਾਰ ਨੰਬਰ ਅਨਅਵੇਲੇਬਲ ਆਉਂਦੇ ਆ। ਲਾਈਵ ਨਹੀਂ ਚੱਲਦਾ ਸੀ, ਨੰਬਰ ਮਾਰੋ ਚਾਹੇ 2000 ਮਾਰੋ। ਇਦਾਂ ਹੀ ਤੁਸੀਂ ਨੰਬਰ ਵੀ ਗਲਤ ਮਿਲਾ ਜਾਂਦੇ ਹੋਣੇ ਆ। ਤੁਹਾਨੂੰ ਨੰਬਰ ਚਾਹੀਦਾ ਹੁਣੇ ਕਰਕੇ ਦੇਖੋ। ਨਹੀਂ ਤੁਹਾਡਾ ਦੇਖੋ, ਡਾਇਰੈਕਟਰੀ ਅਪਡੇਟ ਦਾ ਮਤਲਬ ਹੀ ਨਹੀਂ ਹੁੰਦਾ ਜਿਹੜੇ ਲੋਕ ਕੰਮ ਨਹੀਂ ਕਰ ਰਹੇ ਉਹਦੀ ਸ਼ਾਂਤੀ ਲੱਗ ਜੇ, ਜਿਹੜੇ ਨੰਬਰ ਬੰਦ ਆ ਗਏ। ਕਿਉਂਕਿ ਪਿੱਛੇ ਜੇ ਜੀਓ ਦੇ ਲੋਕਾਂ ਨੇ ਬਹੁਤ ਨੰਬਰ ਲੈ ਲਈ ਫ੍ਰੀ ਦੇ ਚੱਕਰ 'ਚ, ਅੱਧੀ ਇੰਡਸਟਰੀ ਕੋਲ ਜੀਓ ਦੇ ਸੀ। ਔਰ ਯਕੀਨ ਮੰਨਿਓ ਜਦੋਂ ਤੱਕ ਕਿਸਾਨ ਅੰਦੋਲਨ ਚੱਲਿਆ 90% ਆਰਟਿਸਟਾਂ ਨੇ ਆਪਣੇ ਜੀਓ ਦੇ ਨੰਬਰ ਬੰਦ ਕਰਤੇ ਨੇ। ਮੈਂ ਵੀ ਅੱਜ ਕਰਾ ਗਿਆ। ਹੈਡਲਾਈਨ ਬਣਨੀ ਤੋ ਨੰਬਰ ਅਫੀਸ਼ੀਅਲੀ ਨੰਬਰ ਹੈਗੇ ਨੇ, ਇਹਦੇ 'ਚ ਤੁਹਾਨੂੰ ਮਿਲਣਗੇ ਨੰਬਰ, ਨਾ ਮਿਲਣਗੇ ਇੰਸਟਾਗ੍ਰਾਮ ਆਈਡੀ। ਇਸ ਲਈ ਤੁਸੀਂ ਤੁਹਾਡੀ ਰੀਚ, ਤੁਹਾਡਾ ਜੇ ਤੁਸੀਂ ਕਲਾਕਾਰ ਤੱਕ ਅਪਰੋਚ ਕਰ ਰਹੇ ਹੋ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੀ ਗੱਲ, ਤੁਹਾਡੀ ਅਪਰੋਚ ਉਹਦੇ ਨਾਲ ਹੁੰਦੀ ਹੈ। ਇਹ 100% ਠੀਕ ਹੈ ਜੀ। ਬਾਈਟ ਜਿਹਨੇ ਕਰਨੀ ਹੈ ਨਾ ਲਾਸਟ ਮਿੰਟ ਜਿਹਨੇ ਬਾਈਟ ਕਰਨੀ ਕਰ ਲਓ। ਓਕੇ ਅਮਰਜੀਤ ਆਇਆ ਜੀ, ਠੀਕ ਹੋ?